ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਮੀਡੀਆ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਮਿਹਰ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੇ ਸ਼ਬਦ, ਆਪਣੀ ਬਾਣੀ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ और मिल के आखो जी सतनाम श्री वाहिगुरु साहिब जी। वाहिगुरु साहिब जी। श्लोक भगत कबीर जियो के। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਏਕ ਘੜੀ ਆਦਿ ਕਰੀ। ਆਦਿ ਹੋਂ ਤੇ ਆਦ। ਭਗਤਨ ਸੇਤੀ ਗੋਸ਼ਟੇ। ਜੋ ਕੀਨੇ ਸੋ ਲਾਭ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਭਾਈ ਸਾਹਿਬ ਹੋਰਾਂ ਪਾਸੋਂ ਬੜੇ ਅਦਬ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ। ਇਹ ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ਼ਲੋਕ ਭਗਤ ਕਬੀਰ ਜੀਓ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1377 ਦੇ ਉੱਪਰ ਸੁਭਾਇਮਾਨ ਹੈ। ਔਰ ਅੱਜ ਭਗਤ ਕਬੀਰ ਸਾਹਿਬ ਜੀ ਨੇ ਜੋ ਇਸ ਪਾਵਨ ਸ਼ਬਦ ਵਿੱਚ ਸਿੱਖਿਆ ਦਿੱਤੀ, ਜੀਵਨ ਜਾਚ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਭਗਤ ਜੀ ਨੇ ਸਤ ਸੰਗਤ ਕਰਨ ਲਈ ਸਾਨੂੰ ਪ੍ਰੇਰਿਤ ਕੀਤਾ। ਔਰ ਪ੍ਰੇਰਿਤ ਕਰਦਿਆਂ ਹੋਇਆਂ ਉਹਨਾਂ ਇਹ ਜ਼ਿਕਰ ਕੀਤਾ ਸਮਾਂ ਤੇ ਇਨਸਾਨ ਆਪਣਾ ਗੁਜ਼ਾਰਦਾ ਹੀ ਹੈ।
ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹਨੂੰ ਮਾਲਕ ਜੀ ਨੇ ਬਾਣੀ 'ਚ ਇਹ ਆਖਿਆ ਸੀ, ਜੋ ਦਿਨ ਆਵੇ ਸੋ ਦਿਨ ਜਾਹੀ। ਜਿਹੜਾ ਦਿਨ ਸਾਡੇ ਜੀਵਨ 'ਚ ਆ ਗਿਆ ਉਸ ਦਿਨ ਨੇ ਜਾਣਾ ਵੀ ਹੈ, ਗੁਜ਼ਰਨਾ ਵੀ ਹੈ। ਔਰ ਸਮਾਂ ਇਨਸਾਨ ਗੁਜ਼ਾਰਦਾ ਹੈ, ਸਮੇਂ ਨੂੰ ਬਸਰ ਕਰਦਾ, ਬਤੀਤ ਕਰਦਾ। ਸਮਾਂ ਆਪਣੀ ਚਾਲੇ ਚੱਲਦਾ ਜਾਂਦਾ ਹੈ। ਇਨਸਾਨ ਆਪਣਾ ਕਰਮ ਕਰਨ ਤੋਂ ਰੁਕ ਸਕਦਾ ਹੈ, ਪਰ ਸਮਾਂ ਗੁਜ਼ਰਨ ਤੋਂ ਨਹੀਂ ਰੁਕਦਾ। ਇਨਸਾਨ ਚੱਲਣ ਤੋਂ ਰੁਕ ਸਕਦਾ ਹੈ, ਪਰ ਸਮਾਂ ਕਦੇ ਚੱਲਣ ਤੋਂ ਰੁਕਿਆ ਨਹੀਂ। ਹੁਣ ਜੇ ਅੱਜ ਦੇ ਹਾਲਾਤਾਂ ਮੁਤਾਬਕ ਚੱਲੀਏ, ਹਰ ਇਨਸਾਨ ਆਪਣੇ ਘਰਾਂ 'ਚ ਬੈਠਾ ਹੈ, ਰੁਕ ਗਿਆ, ਜ਼ਿੰਦਗੀ ਰੁਕ ਗਈ ਇਨਸਾਨਾਂ ਦੀ, ਪਰ ਸਮਾਂ ਅਜੇ ਵੀ ਚੱਲ ਰਿਹਾ ਹੈ। ਇਨਸਾਨ ਅੱਜ ਬੋਲਦਾ, ਕਹਿ ਰਿਹਾ ਵੀ ਸਾਨੂੰ ਤੇ ਘਰਾਂ 'ਚ ਬੰਨ੍ਹ ਕੇ ਰੱਖਤਾ, ਅਸੀਂ ਕੁਛ ਕਰਨ ਜੋਗੇ ਨਹੀਂ, ਪਰ ਸਮੇਂ ਨੇ ਥੋੜੀ ਇਹ ਕਿਹਾ ਵੀ ਤੁਸੀਂ ਮੈਨੂੰ ਵੀ ਬੰਨ੍ਹ ਕੇ ਰੱਖਤਾ, ਮੈਂ ਗੁਜ਼ਰਨਾ ਨਹੀਂ। ਉਹ ਅਜੇ ਵੀ ਚੱਲ ਰਿਹਾ। ਜਿਹੜੀ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਕਰਨੀ ਚਾਹੁੰਦਾ ਉਹ ਇਹ ਵੀ ਅਸੀਂ ਜਿਸ ਤਰੀਕੇ ਨਾਲ ਮਰਜ਼ੀ ਜੀਵਨ ਗੁਜ਼ਾਰੀਏ, ਚਾਹੇ ਜੀਵਨ ਦੇ ਵਿੱਚ ਕਾਰਜ ਕਰੀਏ ਜਾਂ ਯਤਨਸ਼ੀਲ ਹੋਈਏ, ਚਾਹੇ ਕਾਰਜ ਕਰਨ ਤੋਂ ਰੁਕ ਜਾਈਏ, ਪਰ ਸਮਾਂ ਚੱਲੀ ਜਾਏਗਾ। ਘਰ ਦੇ ਵਿੱਚ ਲੱਗਾ ਹੋਇਆ ਕਲੌਕ, ਘਰ ਦੇ ਵਿੱਚ ਲੱਗੀ ਹੋਈ ਘੜੀ, ਹੱਥ ਤੇ ਬੰਨੀ ਹੋਈ ਘੜੀ ਰੁਕ ਸਕਦੀ ਹੈ, ਕੋਈ ਸ਼ੱਕ ਨਹੀਂ, ਪਰ ਸਮਾਂ ਨਹੀਂ ਰੁਕਦਾ, ਉਹ ਫਿਰ ਵੀ ਚੱਲੀ ਜਾਂਦਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਹੁਣ ਮੇਰੇ ਘਰ ਦੇ ਵਿੱਚ ਲੱਗੀ ਘੜੀ ਜਾਂ ਮੇਰੇ ਗੁੱਟ ਤੇ ਬੰਨੀ ਘੜੀ ਰੁਕ ਗਈ। ਹੁਣ ਜਦੋਂ ਘੜੀ ਰੁਕ ਗਈ, ਸੁਭਾਵਿਕ ਜਿਹੀ ਗੱਲ ਹੈ, ਉਸ ਘੜੀ ਉੱਤੇ ਤਰੀਕ ਵੀ ਆਉਂਦੀ, ਉਸ ਤਰੀਕ ਨੇ ਵੀ ਰੁਕ ਜਾਣਾ। ਘੜੀ ਹੋਈ ਖੜ ਗਈ ਤੇ ਤਰੀਕ ਕਿੱਥੋਂ ਆਏਗੀ, ਕਿੱਥੋਂ ਚੱਲੇਗੀ? ਤੇ ਹੁਣ ਮੈਂ ਉਸ ਘੜੀ ਨੂੰ ਲੈ ਕੇ ਬੈਠਾ ਰਵਾਂ, ਉਸ ਘੜੀ ਦੇ ਉੱਪਰਲੀ ਤਰੀਕ ਵੇਖੀ ਜਾਵਾਂ ਤੇ ਮੈਂ ਕਹਾਂ ਜੀ ਦਿਨ ਤੇ ਲੰਘ ਹੀ ਨਹੀਂ ਰਹੇ, ਨਾ ਤਰੀਕ ਬਦਲ ਰਹੀ। ਤੇ ਵੇਖਣ ਵਾਲਾ ਤੇ ਇਹ ਹੀ ਆਖੇਗਾ ਨਾ, ਉਹ ਮੂਰਖਾ, ਦਿਨ ਵੀ ਲੰਘ ਰਹੇ, ਤਰੀਕ ਵੀ ਬਦਲ ਰਹੀ ਹੈ। ਆ ਵੇਖ ਤੇਰੀ ਘੜੀ ਦੇ ਸੈੱਲ ਮੁੱਕੇ, ਘੜੀ ਖਰਾਬ ਹੋ ਗਈ, ਜਾਂ ਤੇ ਇਹਨੂੰ ਠੀਕ ਕਰਾ ਲਾ ਤੇ ਜਾਂ ਬਦਲ ਲਾ। ਤੇਰੀ ਘੜੀ ਰੁਕ ਜਾਣ ਦੇ ਨਾਲ ਨਾ ਦਿਨ ਬਦਲਣ ਤੋਂ ਰੁਕਣੇ ਤੇ ਨਾ ਤਰੀਕ ਬਦਲਣ ਤੋਂ ਰੁਕਣੀ। ਸੱਜਣਾ, ਤੂੰ ਭਾਵੇਂ ਦਾਅਵਾ ਕਰਕੇ ਬੈਠਾ ਰਹੋ ਵੀ ਮੇਰੇ ਕੋਲੋਂ ਦਿਨ ਨਹੀਂ ਬਦਲ ਰਹੇ ਜਾਂ ਮੇਰੇ ਕੋਲ ਤਰੀਕ ਨਹੀਂ ਬਦਲ ਰਹੀ, ਸਮੇਂ ਨੇ ਗੁਜ਼ਰਨਾ, ਇਹਦਾ ਕੰਮ ਹੈ ਚੱਲਣਾ। ਜਿਹਨੂੰ ਭਾਈ ਵੀਰ ਸਿੰਘ ਜੀ ਨੇ ਆਖਿਆ ਸੀ, ਕਹਿੰਦੇ ਸਮਾਂ ਜਿਹੜਾ ਨਾ ਉਹ ਆਪਣੀ ਚਾਲੇ ਚੱਲਦਾ ਜਾਂਦਾ ਤੇ ਬੰਦਾ ਨਾ ਫਿਰ ਉਹਨੂੰ ਫੜ ਕੇ ਤਰੀਕਦਾ ਹੈ, ਫੜ ਕੇ ਰੋਕਣ ਦੀ ਕੋਸ਼ਿਸ਼ ਕਰਦਾ, ਪਰ ਸਮਾਂ ਜਿਹੜਾ ਨਾ ਉਹ ਇੱਕ ਨਹੀਂ ਮੰਨਦਾ ਕਿਸੇ ਦੀ। ਮੈਂ ਫੜ ਰਹੀ ਤਰੀਕ, ਸਮੇਂ ਨੇ ਇੱਕ ਨਾ ਮੰਨੀ। ਜੇ ਮੈਂ ਕਹਾਂ ਨਾ ਵੀ ਸਮਾਂ ਮੇਰੇ ਫੜਿਆਂ ਰੁਕ ਜਾਏ ਤੇ ਸਮੇਂ ਨੇ ਰੁਕਣਾ ਕੋਈ ਨਹੀਂ। ਜੇ ਮੈਂ ਕਹਾਂ ਵੀ ਮੈਂ ਘੜੀ ਫੜ ਕੇ ਘੜੋਤਾ ਰਵਾਂ, ਮੈਂ ਸਮਾਂ ਫੜ ਲਿਆ, ਏਦਾਂ ਨਹੀਂ ਹੋਣਾ, ਉਹਨੇ ਚੱਲੀ ਜਾਣਾ। ਤੇ ਅੱਜ ਭਗਤ ਜੀ ਨੇ ਜਿਹੜਾ ਜ਼ਿਕਰ ਕੀਤਾ ਨਾ, ਉਹ ਆਪਣੇ ਸਮੇਂ ਨੂੰ ਜਿੱਥੇ ਅਸੀਂ ਗੁਜ਼ਾਰ ਰਹੇ ਹਾਂ, ਜਿੱਥੇ ਅਸੀਂ ਲੰਘਾ ਰਹੇ ਹਾਂ, ਉਹਨੂੰ ਸਫਲ ਕਰਨ ਦਾ ਤਰੀਕਾ ਦੱਸਿਆ, ਉਹਨੂੰ ਸਫਲ ਕਰਨ ਦਾ ਢੰਗ ਦੱਸਿਆ। ਇਹ ਵਿਚਾਰ ਆਰੰਭਣ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਉਦਾਹਰਣ ਹੋਰ ਰੱਖਦਾ ਚੱਲਾਂ। ਇੱਕ ਬੱਚਾ ਪੇਪਰ ਦੇਣ ਲਈ ਜਾਂਦਾ, ਐਗਜ਼ਾਮ ਦੇਣ ਲਈ ਜਾਂਦਾ, ਬਕਾਇਦਾ ਕੁਐਸਚਨ ਪੇਪਰ ਦੇ ਉੱਤੇ ਟਾਈਮ ਮੈਂਸ਼ਨ ਕੀਤਾ ਹੈ, ਟਾਈਮ ਦੱਸਿਆ ਹੈ ਵੀ 3 ਘੰਟੇ ਦਾ ਸਮਾਂ ਤੈਨੂੰ ਪੇਪਰ ਦਾ ਮਿਲਣਾ, ਜਾਂ 2 ਘੰਟੇ ਦਾ ਸਮਾਂ ਤੈਨੂੰ ਪੇਪਰ ਕਰਨ ਲਈ ਦਿੱਤਾ ਜਾਂਦਾ ਹੈ। ਬਕਾਇਦਾ ਕੁਐਸਚਨ ਪੇਪਰ ਉੱਤੇ ਮੈਂਸ਼ਨ, ਆਮ ਕਰਕੇ 3 ਘੰਟੇ ਦਾ ਜਿਹੜਾ ਪੇਪਰ ਹੈ ਉਹ ਦਿੱਤਾ ਜਾਂਦਾ।
ਹੁਣ ਉਹ ਬੱਚਾ ਕੁਐਸਚਨ ਪੇਪਰ ਫੜ ਕੇ ਬੈਠਾ ਰਹੇ, ਆਨਸਰ ਸ਼ੀਟ ਦੇ ਉੱਤੇ ਪੈਨ ਚਲਾਈ ਕੋਈ ਨਾ, ਲਿਖਣਾ ਨਹੀਂ ਉਹਨੇ ਸ਼ੁਰੂ ਕੀਤਾ, ਕੁਐਸਚਨ ਪੇਪਰ ਫੜ ਕੇ ਬੈਠਾ, ਵੇਖੀ ਜਾਂਦਾ 3 ਘੰਟੇ ਦਾ ਸਮਾਂ, 3 ਘੰਟੇ ਦਾ ਸਮਾਂ, ਆਨਸਰ ਸ਼ੀਟ ਤੇ ਇੱਕ ਵੀ ਅੱਖਰ ਨਾ ਪਾਏ, ਸਮਾਂ ਰੁਕ ਜਾਏਗਾ? ਉਹ ਤੇ ਉਹਨੇ ਚੱਲੀ ਜਾਣਾ ਨਾ। ਜੇ 3 ਘੰਟੇ ਦਾ ਸਮਾਂ ਦਿੱਤਾ ਹੈ ਤੇ 9 ਵਜੇ ਜੇ ਪੇਪਰ ਸ਼ੁਰੂ ਹੋਇਆ ਤੇ ਅਗਲਿਆਂ ਨੇ 12 ਵਜੇ ਪੇਪਰ ਹੱਥ 'ਚੋਂ ਫੜ ਲੈਣਾ ਵੀ ਲਿਆਓ ਭਾਈ, ਤੁਸੀਂ ਲਿਖਿਆ ਭਾਵੇਂ ਨਹੀਂ ਲਿਖਿਆ, ਸਾਡਾ ਕਸੂਰ ਨਹੀਂ, ਅਸੀਂ ਤੇ ਤੁਹਾਨੂੰ ਸਮਾਂ ਦਿੱਤਾ ਸੀ। ਹੁਣ ਉਹ ਬੱਚਾ ਕੁਐਸਚਨ ਪੇਪਰ ਫੜ ਕੇ ਬੈਠਾ ਰਹੇ ਤੇ ਸਮਾਂ ਗੁਜ਼ਰੀ ਜਾਂਦਾ ਹੈ। 9 ਤੋਂ ਸ਼ੁਰੂ ਹੋਇਆ, 11:30 ਹੋ ਗਏ, ਅਜੇ ਪੇਪਰ ਦੇ ਆਨਸਰ ਸ਼ੀਟ ਉੱਤੇ ਇੱਕ ਅੱਖਰ ਨਹੀਂ ਲਿਖਿਆ। ਤੇ ਮੈਡਮ ਆ ਕੇ ਕਹਿ ਦੇ ਵੀ ਭਾਈ ਤੁਹਾਡਾ ਅੱਧਾ ਘੰਟਾ ਬਾਕੀ ਹੈ, ਤੁਹਾਡੇ ਤੋਂ ਪੇਪਰ ਖੋਹ ਲਿਆ ਜਾਣਾ, ਤੇ ਬੱਚਾ ਉੱਠ ਕੇ ਉਹਦਾ ਵਿਰੋਧ ਕਰਨ ਲੱਗ ਜਾਏ, ਮੈਂ ਤੇ ਲਿਖਿਆ ਹੀ ਨਹੀਂ, ਮੇਰੇ ਤੇ 3 ਘੰਟੇ ਪਏ ਨੇ। ਇਦਾਂ ਹੋ ਸਕਦਾ? ਬੱਚਾ ਨਾ ਲਿਖੇ, ਗਲਤੀ ਬੱਚੇ ਦੀ ਹੈ, ਅਧਿਆਪਕ ਨੇ ਤੇ ਸਮਾਂ ਪੂਰਾ ਦਿੱਤਾ। ਤੇ ਫਿਰ ਉਹ ਪਤਾ ਕੀ ਕਰਦਾ, ਫਿਰ ਜਿਉਂ ਲੱਗਦਾ ਪੈਨ ਚਲਾਉਣ, ਜਿਉਂ ਲੱਗਦਾ ਆਪਣੀ ਕਲਮ ਚਲਾਉਣ, ਅੱਧੇ ਘੰਟੇ ਜੀ ਸੋਚਦਾ ਵੀ ਹੁਣ ਸਾਰਾ ਹੀ ਹੋ ਜੇ। ਲੇਖੇ 'ਚ ਕਿੰਨਾ ਸਮਾਂ ਪਿਆ? ਅੱਧਾ ਘੰਟਾ ਹੀ ਲੇਖੇ 'ਚ ਪਿਆ ਨਾ, ਬਾਕੀ ਤੇ ਬਰਬਾਦ ਹੋ ਗਿਆ। 2.5 ਘੰਟੇ ਬਰਬਾਦ ਕਰ ਲਏ, ਅੱਧਾ ਘੰਟਾ ਲਿਖਿਆ, ਉਹ ਅੱਧੇ ਘੰਟੇ ਦਾ ਲੇਖਾ ਜਿਹੜਾ ਉਹ ਹੋਣਾ, ਅੱਧੇ ਘੰਟੇ ਨੇ ਸਫਲ ਹੋਣਾ। ਜੇ ਕੁਝ ਲਿਖਿਆ ਹੋਏਗਾ ਤੇ ਪਾਸ ਹੋ ਜਾਵਾਂਗਾ, ਜੇ ਨਹੀਂ ਤੇ ਫਿਰ ਇਹ ਤੇ ਪਤਾ ਹੀ ਆ ਵੀ ਫੇਲ ਹੀ ਹੋਣਾ, ਲਿਖ ਕੇ ਕੁਝ ਨਹੀਂ ਆਇਆ। ਇਦਾਂ ਹੀ ਅਸੀਂ ਜ਼ਿੰਦਗੀ ਵਿੱਚ ਕੁਝ ਕਰੀਏ ਭਾਵੇਂ ਨਾ ਕਰੀਏ, ਆਪਾਂ ਜ਼ਿੰਦਗੀ 'ਚ ਕੋਈ ਲਾਹੇ ਵਾਲਾ ਕੰਮ ਕਰੀਏ ਜਾਂ ਨਾ ਕਰੀਏ, ਪਰ ਸਮੇਂ ਨੇ ਲੰਘਦੇ ਜਾਣਾ ਹੈ ਤੇ ਮੌਤ ਨੇ ਆ ਕੇ ਜਿੱਦਣ ਆਵਾਜ਼ ਮਾਰਨੀ ਨਾ, ਅਸੀਂ ਮੌਤ ਨਾਲ ਬਹਿਸ ਨਹੀਂ ਕਰ ਸਕਦੇ ਵੀ ਮੈਂ ਤੇ ਕੁਝ ਕੀਤਾ ਹੀ ਨਹੀਂ, ਮੇਰੀ ਤੇ ਜ਼ਿੰਦਗੀ ਉਵੇਂ ਪਈ ਹੈ। ਤੇ ਉਹਨੇ ਕਹਿ ਦੇਣਾ ਵੀ ਸੱਜਣਾ ਤੈਨੂੰ 70 ਸਾਲ 80 ਸਾਲ 100 ਸਾਲ ਦਿੱਤੇ ਸੀ, ਹੁਣ ਤੂੰ ਨਹੀਂ ਕੀਤਾ, ਮੇਰਾ ਕੀ ਕਸੂਰ ਹੈ, ਮੈਂ ਨਹੀਂ ਹੁਣ ਰੁਕ ਸਕਦੀ, ਮੈਂ ਤੇ ਆਉਣਾ ਹੀ ਆਉਣਾ, ਤੇਰੇ ਤੋਂ ਨਹੀਂ ਕੁਝ ਸਰਿਆ ਤੇ ਮੈਂ ਇਹਦੇ 'ਚ ਮੇਰਾ ਕੋਈ ਦੋਸ਼ ਨਹੀਂ ਹੈ। ਸਮਾਂ ਆਪਣੀ ਚਾਲੇ ਜਿਹੜਾ ਉਹ ਹਰ ਵਕਤ ਚੱਲਦਾ ਰਹਿੰਦਾ। ਸਮਾਂ ਕਿੰਨਾ ਸਫਲ ਹੁੰਦਾ ਹੈ ਜਾਂ ਕਿੰਨਾ ਅਸੀਂ ਅਸਫਲ ਕੀਤਾ, ਇਹਨੂੰ ਵਾਚਣ ਦੀ ਜਾਂਚ ਅੱਜ ਭਗਤ ਕਬੀਰ ਸਾਹਿਬ ਜੀ ਆਪਾਂ ਨੂੰ ਦੇ ਰਹੇ ਨੇ ਵੀ ਅਸੀਂ ਕਿੰਨਾ ਸਮਾਂ ਆਪਣੇ ਇੱਕ ਦਿਨ ਵਿੱਚੋਂ ਸਫਲ ਕਰਦੇ ਹਾਂ ਤੇ ਕਿੰਨਾ ਅਸਫਲ ਹੈ। ਤੇ ਉਹਨਾਂ ਜ਼ਿਕਰ ਕੀਤਾ ਸ਼ੁਰੂ ਤੋਂ ਪਹਿਲੋਂ ਤੇ ਕਹਿੰਦੇ ਕਬੀਰ ਏਕ ਘੜੀ, ਏਕ ਘੜੀ ਮਤਲਬ ਇੱਕ ਘੜੀ ਦਾ ਸਮਾਂ, ਤੇ ਇੱਕ ਘੜੀ ਵਿੱਚ 24 ਮਿੰਟ ਜਿਹੜੇ ਉਹ ਹੁੰਦੇ। ਆਦੀ ਘੜੀ ਕਹਿੰਦੇ ਹੁਣ ਇੱਕ ਤੋਂ ਵੀ ਆ ਜਾ, ਕਿਉਂ ਤੂੰ ਇਹ ਕਹਿਣਾ ਨਾ ਜੀ ਜ਼ਿੰਦਗੀ ਬੜੀ ਬਿਜ਼ੀ ਹੈ, ਸ਼ਡਿਊਲ ਬਹੁਤ ਬਿਜ਼ੀ, ਮੇਰੇ ਕੋਲ ਤੇ ਸਿਰ ਖੁਰਕਣ ਦਾ ਵੇਲ ਨਹੀਂ। ਪਰ ਅੱਜ ਦੇ ਸਮੇਂ 'ਚ ਨਹੀਂ ਕਹਿ ਸਕਦਾ, ਅੱਜ ਦੇ ਸਮੇਂ 'ਚ ਤੇ ਹਰ ਬੰਦੇ ਨੂੰ ਵਿਹਲਾ ਕਰਕੇ ਬਿਠਾਤਾ ਵੀ ਸਾਰਾ ਦਿਨ ਜੋ ਮਰਜ਼ੀ ਕਰੀ ਚੱਲ। ਖੈਰ, ਬਿਜ਼ੀ ਸ਼ਡਿਊਲ ਵਾਲੇ ਇਨਸਾਨ ਲਈ ਭਗਤ ਜੀ ਕਹਿੰਦੇ ਏਕ ਘੜੀ, ਸੱਜਣਾ ਤੇਰੇ ਕੋਲ ਇੱਕ ਘੜੀ ਦਾ ਸਮਾਂ ਤੂੰ ਕੱਢਿਆ ਕਰ, ਕੋਸ਼ਿਸ਼ ਕਰ। ਉਹ ਇੱਕ ਘੜੀ ਮਤਲਬ 24 ਮਿੰਟ ਸੈਪਰੇਟ ਕੱਢ ਲਾ, 24 ਘੰਟਿਆਂ ਦੇ ਵਿੱਚੋਂ 24 ਮਿੰਟ 10ਵਾਂ ਹਿੱਸਾ ਕੱਢ ਲਾ ਪਾਸੇ। ਤੇ ਨਾਲ ਫਿਰ ਜ਼ਿਕਰ ਕੀਤਾ ਆਦੀ ਘੜੀ, ਇਹਨੇ ਫਿਰ ਹੱਥ ਖੜੇ ਕਰਤੇ ਜੀ 24 ਮਿੰਟਾਂ 'ਚ ਤੇ ਮੈਂ ਬਰਬਾਦ ਹੋ ਜਾਣਾ, ਮੈਂ ਨਹੀਂ ਕੱਢ ਸਕਦਾ। ਭਗਤ ਜੀ ਨੇ ਫਿਰ ਇੱਕ ਰਾਹ ਹੋਰ ਦੇਤਾ, ਕਹਿੰਦੇ ਨਹੀਂ ਕੱਢ ਸਕਦਾ ਇੱਕ ਘੜੀ ਭਾਈ, ਠੀਕ ਹੈ 24 ਮਿੰਟ ਨਾ ਕੱਢ, ਆਦੀ ਘੜੀ, ਅੱਧੀ ਕ ਕੱਢ ਲਾ, 24 ਦਾ ਅੱਧ ਕਰ ਲਓ, 12 ਮਿੰਟ ਕੱਢ ਲਿਆ ਕਰ, ਕੋਈ ਬਹੁਤਾ ਜ਼ਿਆਦਾ ਤੈਨੂੰ ਸਮਾਂ ਨਹੀਂ ਕਹਿੰਦੇ, 12 ਮਿੰਟ ਹੀ ਕੱਢ ਲਿਆ ਕਰ। ਇਹਨੇ ਫੇਰ ਹੱਥ ਖੜੇ ਕਰਤੇ, ਨਾ ਜੀ 12 ਮਿੰਟ ਕੱਢਣੇ ਵੀ ਔਖੇ ਨੇ ਮੇਰੇ ਲਈ, ਤੇ ਮੈਂ ਨਹੀਂ ਕੱਢ ਸਕਦਾ।
ਭਗਤ ਜੀ ਨੇ ਤੀਜਾ ਰਾਹ ਦੇਤਾ, ਕਹਿੰਦੇ ਆਧੀ ਹੂੰ ਤੇ ਆਧ। ਤੂੰ ਕਹਿੰਦਾ 12 ਮਿੰਟ ਨਹੀਂ ਨਿਕਲਦੇ, ਭਗਤ ਜੀ ਕਹਿੰਦੇ ਇਦਾਂ ਕਰ 6 ਤੋਂ ਵੀ ਅੱਧਿਆਂ ਤੇ ਆ ਜਾ, 3 ਮਿੰਟਾਂ ਤੇ ਆ ਜਾ, ਇੱਕ ਘੜੀ ਦੇ ਚੌਥੇ ਹਿੱਸੇ ਤੇ ਆ ਜਾ। ਇੰਨਾ ਕਿਤੇ ਕੱਢ ਸਕਦਾ? ਤੇ ਜੇ ਭਗਤ ਜੀ ਨੇ ਕਿਹਾ ਹੋਵੇਗਾ ਨਾ ਵੀ ਇੰਨਾ ਕੁ ਸਮਾਂ ਕੱਢ ਸਕਦਾ, 3 ਮਿੰਟ ਤੇ ਕੱਢ ਲਾ, ਤੇ ਸ਼ਾਇਦ ਇਨਸਾਨ ਉਦੋਂ ਬੋਲ ਕੇ ਇਹ ਕਹਿ ਦਿੰਦਾ ਨਾ ਜੀ ਮੇਰੇ ਕੋਲ 3 ਮਿੰਟ ਵੀ ਨਹੀਂ। ਪਰ ਭਗਤ ਜੀ ਨੇ ਫਿਰ ਅਗਲੀ ਪੰਕਤੀ 'ਚ ਸਮਝਾਇਆ, ਕਹਿੰਦੇ ਭਗਤਨ ਛੇਤੀ ਗੋਸ਼ਟੇ। ਸੱਜਣਾ ਇਹ ਤੇਰੇ ਤੇ ਨਿਰਭਰ ਕਰਦਾ, ਹੁਣ ਤੂੰ 24 ਮਿੰਟ ਕੱਢਣੇ ਨੇ, 2 ਘੰਟੇ ਕੱਢਣੇ, 2.5 ਕੱਢਣੇ, 10 ਕੱਢਣੇ ਨੇ, 12 ਘੰਟੇ ਕੱਢਣੇ ਨੇ, ਜਾਂ ਤੂੰ 3 ਮਿੰਟ ਕੱਢਣੇ ਨੇ, ਜਾਂ 3 ਤੋਂ ਵੀ ਅੱਧਿਆਂ ਤੇ ਆ ਜਾਣਾ। ਇਹ ਤੇਰੇ ਤੇ ਨਿਰਭਰ ਕਰਦਾ, ਪਰ ਆਹ ਗੱਲ ਪੱਲੇ ਨਾਲ ਬੰਨ ਲਾ, ਭਗਤਨ ਛੇਤੀ ਗੋਸ਼ਟੇ। ਗੋਸ਼ਟੇ ਦਾ ਮਤਲਬ ਹੁੰਦਾ ਹੈ, 2 ਅਰਥ ਕੀਤੇ ਜਾਂਦੇ, ਇੱਕ ਤੇ ਗੋਸ਼ਟੀ ਮਤਲਬ ਵਿਚਾਰ, ਇੱਕ ਗੋਸ਼ਟੀ ਦਾ ਮਤਲਬ ਹੁੰਦਾ ਮਿਲਾਪ, ਮੇਲ। ਭਾਈ ਕਾਹਨ ਸਿੰਘ ਨਾਭਾ ਜੀ ਨੇ 2 ਅਰਥ ਕੀਤੇ ਮਹਾਨ ਕੋਸ਼ ਵਿੱਚ। ਇੱਕ ਮਤਲਬ ਮਿਲਾਪ ਤੇ ਇੱਕ ਵਿਚਾਰ। ਜਿਵੇਂ ਸਿੱਧ ਗੋਸ਼ਟ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਸਿੱਧਾਂ ਨਾਲ ਕੀਤੀ ਹੋਈ ਵਿਚਾਰ, ਜਾਂ ਇਹ ਵੀ ਕਹਿ ਸਕਦੇ ਸਿੱਧਾਂ ਨਾਲ ਕੀਤਾ ਹੋਇਆ ਮੇਲ ਮਿਲਾਪ ਗੁਰੂ ਨਾਨਕ ਸਾਹਿਬ ਨੇ ਜਿਹੜਾ। ਹੁਣ ਭਗਤ ਜੀ ਕਹਿੰਦੇ ਸੱਜਣਾ ਤੇ ਇਹ ਤੇਰੇ ਤੇ ਨਿਰਭਰ ਕਰਦਾ, ਕਿਉਂਕਿ ਉਹਨਾਂ ਨੇ ਤੇ ਨਾ ਇਸ ਬਿਜ਼ੀ ਪਰਸਨ ਦੇ ਲਈ ਜਿਹੜਾ ਕਹਿੰਦਾ ਜੀ ਮੈਂ ਬਹੁਤ ਜ਼ਿਆਦਾ ਵਿਅਸਤ ਹਾਂ, ਮੇਰੇ ਕੋਲ 1-2 ਪਲ ਦਾ 4 ਪਲ ਦਾ ਵੀ ਸਮਾਂ ਨਹੀਂ। ਭਗਤ ਜੀ ਨੇ ਉਹਨੂੰ ਪਹਿਲੋਂ ਕਿਹਾ, ਕਹਿੰਦੇ 1 ਘੜੀ ਕੱਢ ਲਾ, 1 ਨਹੀਂ ਅੱਧੀ ਕੱਢ ਲਾ, ਅੱਧੀ ਨਹੀਂ ਅੱਧੀ ਤੋਂ ਵੀ ਅੱਧੀ ਤੇ ਆ ਜਾ, 1 ਘੜੀ ਦੇ ਚੌਥੇ ਹਿੱਸੇ ਤੇ ਆ ਜਾ, ਇੰਨਾ ਕੁ ਸਮਾਂ ਕੱਢ ਲਾ। ਪਰ ਨਾਲ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ, ਭਗਤਨ ਛੇਤੀ ਗੋਸ਼ਟੇ। ਜੋ ਕੀਨੇ ਸੋ ਲਾਭ। ਰੱਬ ਦੇ ਪਿਆਰਿਆਂ ਨਾਲ ਬਹਿ ਕੇ ਮਿਲਾਪ ਕਰਕੇ, ਰੱਬ ਦੇ ਪਿਆਰਿਆਂ ਨਾਲ ਵਿਚਾਰ ਕਰਕੇ ਜਿਹੜਾ ਸਮਾਂ ਲੰਘਾ ਲੇਗਾ ਉਹੀ ਲੇਖੇ 'ਚ ਪੈਣਾ ਹੀ, ਬਾਕੀ ਭਾਵੇਂ ਸਾਰਾ ਦਿਨ ਜੋ ਮਰਜ਼ੀ ਕਰਦਾ ਰਹੇ। ਤੇ ਹੁਣ ਬੰਦਾ ਭਾਵੇਂ 1 ਮਿੰਟ ਕੱਢ ਲੇ ਤੇ ਭਾਵੇਂ 10 ਤੇ ਭਾਵੇਂ 24 ਮਿੰਟ ਦੇ ਬਜਾਏ 48 ਮਿੰਟ 2 ਘੜੀਆਂ ਦਾ ਸਮਾਂ ਕੱਢ ਲੇ, ਪਰ ਜਿਹੜਾ ਸਮਾਂ ਬੈਠ ਕੇ ਇਹਨੇ ਰੱਬ ਦੇ ਪਿਆਰਿਆਂ ਨਾਲ ਗੁਜ਼ਾਰਿਆ ਹੋਏਗਾ ਨਾ, ਉਹੀ ਲਾਭ ਵਿੱਚ ਹੈ, ਉਹੀ ਲਾਹੇ ਵਿੱਚ ਹੈ। ਬਾਕੀ ਤੇ ਸਾਰਾ ਝਮੇਲਿਆਂ 'ਚ ਲੰਘ ਹੀ ਰਿਹਾ। ਤੇ ਹੁਣ ਆਪਾਂ ਇਹ ਕਹੀਏ ਜੀ ਮੈਂ ਤੇ ਕੁਛ ਖੱਟਿਆ ਹੀ ਨਹੀਂ, ਜਾਂ ਮੈਂ ਤੇ ਕੁਝ ਕਮਾਇਆ ਹੀ ਨਹੀਂ, ਮੈਂ ਤੇ ਸਤ ਸੰਗਤ 'ਚ ਆਇਆ ਹੀ ਨਹੀਂ ਤੇ ਮੇਰਾ ਸਮਾਂ ਰੁਕ ਜਾਏ, ਏਦਾਂ ਨਹੀਂ ਹੋਣਾ। ਸਤ ਸੰਗਤ ਵਿੱਚ ਅਸੀਂ ਆਈਏ ਤੇ ਭਾਵੇਂ ਨਾ ਆਈਏ, ਸਮਾਂ ਚੱਲੀ ਜਾਣਾ ਹੈ। ਤੇ ਜੇ ਸਤ ਸੰਗਤ 'ਚ ਆ ਕੇ ਬਹਿ ਜਾਾਂਗੇ, ਸਮਾਂ ਫਿਰ ਵੀ ਗੁਜ਼ਰਨਾ ਹੈ, ਫਿਰ ਵੀ ਰੁਕਣਾ ਨਹੀਂ, ਸਮਾਂ ਫਿਰ ਵੀ ਚੱਲੇਗਾ। ਪਰ ਉਹ ਸਮਾਂ ਗੁਜ਼ਰਿਆ ਹੋਇਆ ਸਾਡਾ ਲੇਖੇ ਵਿੱਚ, ਲਾਹੇ ਵਿੱਚ, ਜਿਹੜਾ ਅਸੀਂ ਭਲੇ ਕਹਿ ਲਈਏ ਪਰ ਮਨੁੱਖ ਦੇ ਨਾਲ ਬਹਿ ਕੇ ਗੁਜ਼ਾਰਿਆ, ਭਲੇ ਕਰਮਾਂ ਦੇ ਵਿੱਚ ਗੁਜ਼ਾਰਿਆ ਨਾ ਜਿਹੜਾ ਸਮਾਂ, ਉਹਨੂੰ ਅਸੀਂ ਕਹਿ ਸਕਦੇ ਵੀ ਆ ਲੇਖੇ ਵਿੱਚ ਪਵੇਗਾ ਸਾਡਾ ਸਮਾਂ, ਜਾਂ ਇਹ ਸਮਾਂ ਸਾਡੇ ਲਾਹੇ ਦਾ ਹੈ, ਇਹ ਸਮਾਂ ਸਾਡੇ ਫਾਇਦੇ ਦਾ, ਕਿਉਂਕਿ ਇਸ ਸਮੇਂ ਨੂੰ ਮੈਂ ਰੱਬ ਦੇ ਪਿਆਰਿਆਂ ਨਾਲ ਬਹਿ ਕੇ ਤੇ ਫਿਰ ਬਤੀਤ ਕੀਤਾ ਹੈ। ਇੱਕ ਨਾ ਸਤਿਗੁਰੂ ਪਾਤਸ਼ਾਹ ਜੀ ਦੀ ਬਾਵਨ ਬਾਣੀ ਦਾ ਬਚਨ ਹੈ, ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ। ਉਹ ਵੇਲਾ ਧੰਨ ਹੈ, ਉਹ ਘੜੀ ਧੰਨ ਹੈ, ਉਹ ਮਹੂਰਤ ਧੰਨ ਹੈ, ਉਹ ਪਲ ਧੰਨ ਹੈ ਜਿਸ ਪਲ ਬੈਠ ਕੇ ਕਿਤੇ ਗੁਰੂ ਦੇ ਦੀਦਾਰ ਤੇ ਰੱਬੀ ਪਿਆਰੇ ਦਾ ਸੰਗ ਕੀਤਾ ਹੋਵੇ। ਪਰ ਬਾਤ ਤੇ ਇਹ ਹੈ ਨਾ ਵੀ ਸਾਡੇ ਕੋਲ ਤੇ ਅਸੀਂ ਬੜੇ ਦ੍ਰਿੜਤਾ ਤੇ ਬੜੇ ਵਿਸ਼ਵਾਸ ਨਾਲ ਕਹਿੰਦੇ ਜੀ ਟਾਈਮ ਹੀ ਨਹੀਂ ਮਿਲਦਾ ਸਾਨੂੰ, ਅਸੀਂ ਸੰਗਤ ਕਿੱਥੋਂ ਕਰ ਲਈਏ।
ਸਾਡੇ ਕੋਲ ਸਮਾਂ ਨਹੀਂ ਹੈ। ਤੇ ਖਿਮਾ ਕਰਿਓ, ਮੈਂ ਇਹ ਬਚਨ ਵਰਤਨ ਲੱਗਿਆ, ਆ ਹਾਲਾਤ ਬਣੇ ਨੇ ਨਾ, ਮਨੁੱਖਾਂ ਨੂੰ ਘਰਾਂ 'ਚ ਤਾੜਤਾ, ਬੰਦ ਕਰਤਾ। ਤੇ ਅੱਜ ਬੰਦੇ ਨੂੰ ਨਾ ਸੰਗਤ ਚੇਤੇ ਆ ਰਹੀ, ਅੱਜ ਬੰਦੇ ਨੂੰ ਧਾਰਮਿਕ ਸਥਾਨ ਚੇਤੇ ਆ ਰਹੀ। ਇਹ ਉਹੀ ਹੈ ਜਿਹੜਾ ਕਦੇ ਕਹਿੰਦਾ ਸੀ ਮੇਰੇ ਕੋਲ ਟਾਈਮ ਨਹੀਂ ਹੈ। ਤੇ ਇਹ ਵੀ ਚੇਤੇ ਰੱਖਿਓ, ਮਾੜਾ ਜਿਹਾ ਖੁੱਲ ਮਿਲਣ ਦੀ ਢੇਰ ਹੈ ਨੇ ਫੇਰ ਉਸੇ ਲੈਣ ਤੇ ਹੀ ਆ ਜਾਣਾ, ਮੇਰੇ ਕੋਲ ਟਾਈਮ ਨਹੀਂ, ਮੇਰੇ ਕੋਲ ਸਮਾਂ ਨਹੀਂ। ਮਾੜੀ ਜਿਹੀ ਆਜ਼ਾਦੀ ਮਿਲਣ ਦੀ ਢੇਰ ਹੈ, ਨਾ ਤੇ ਸੰਗਤ ਕਰਨ ਲਈ ਸਮਾਂ ਹੋਣਾ, ਨਾ ਧਰਮ ਸਥਾਨ ਤੇ ਜਾਣ ਲਈ ਸਮਾਂ ਹੋਣਾ। ਅੱਜ ਘਰ 'ਚ ਬੈਠਾ, ਅੱਜ ਧਰਮ ਸਥਾਨ ਵੀ ਚੇਤਾ ਆ ਰਿਹਾ ਤੇ ਸੰਗਤ ਵੀ ਚੇਤੇ ਆ ਰਹੀ ਹੈ। ਕਿਉਂ? ਜ਼ਿੰਦਗੀ ਰੁਕ ਗਈ ਨਾ, ਜੀਵਨ ਖੜ ਗਿਆ। ਹੁਣ ਨਜ਼ਰ ਆ ਰਿਹਾ ਵੀ ਨਾ ਕਿਸੇ ਬਹਾਨੇ ਘਰੋਂ ਨਿਕਲ ਸਕਦਾ, ਨਾ ਕਿਸੇ ਬਹਾਨੇ ਜਾ ਸਕਦਾ, ਤੇ ਹੁਣ ਇੱਕੋ ਹੀ ਬਹਾਨਾ ਹੈ ਵੀ ਮੈਂ ਇਦਾਂ ਕਹਿਦਾ ਜੀ ਮੈਂ ਧਰਮ ਸਥਾਨ ਤੇ ਜਾਣਾ ਜਾਂ ਮੈਂ ਸੰਗਤ ਕਰਨ ਚੱਲਿਆ। ਤੇ ਜਦੋਂ ਇਹ ਹਾਲਾਤਾਂ ਤੋਂ ਫੇਰ ਮੁਕਤ ਹੋ ਗਿਆ ਇਨਸਾਨ, ਇਹਦੀ ਜ਼ਿੰਦਗੀ ਫਿਰ ਉਸੇ ਲੀਹ ਤੇ ਆ ਜਾਣੀ, ਉਸੇ ਪਟੜੀ ਤੇ ਆ ਜਾਣੀ। ਜਦੋਂ ਉਸੇ ਪਟੜੀ ਤੇ ਆ ਗਈ, ਫਿਰ ਇਹਨੂੰ ਮਿੰਨਤਾਂ ਕਰ ਕਰਕੇ ਲਿਆਉਣਾ ਪਿਆ ਕਰਨਾ ਵੀ ਚੱਲ ਸੰਗਤ ਕਰ ਲਾ ਘੜੀ ਬਹਿ ਕੇ, ਤੇ ਇਹਨੇ ਫੇਰ ਕਹਿਣਾ ਨਹੀਂ ਮੇਰੇ ਕੋਲ ਸਮਾਂ ਨਹੀਂ ਹੈ। ਮੇਰੇ ਕੋਲ ਟਾਈਮ ਨਹੀਂ ਹੈ। ਤੇ ਉਦੋਂ ਫਿਰ ਜਾਂ ਤੇ ਫਿਰ ਅਸੀਂ ਉਦੋਂ ਵੀ ਚੱਲ ਕੇ ਸੰਗਤ 'ਚ ਆਈਏ, ਉਦੋਂ ਵੀ ਸਾਨੂੰ ਚੇਤਾ ਆਏ ਵੀ ਨਹੀਂ, ਮੇਰਾ ਚਾਹੇ ਜਿੱਦਾਂ ਦਾ ਮਰਜ਼ੀ ਸ਼ਡਿਊਲ ਹੈ, ਪਰ ਮੈਂ ਸੰਗਤ ਲਈ, ਧਰਮ ਅਸਥਾਨ ਦੇ ਲਈ, ਮੈਂ ਕਿਸੇ ਖਾਸ ਧਰਮ ਦੀ ਗੱਲ ਨਹੀਂ ਕਰ ਰਿਹਾ, ਹਰ ਧਰਮ ਦੇ ਲਈ ਮੈਂ ਆਪਣੇ ਧਰਮ ਅਸਥਾਨ ਤੇ ਜਾਣ ਲਈ ਸਮਾਂ ਕੱਢਣਾ ਹੈ, ਜਾਂ ਮੈਂ ਆਪਣੇ ਧਰਮ ਮੁਤਾਬਕ ਸੰਗਤ ਕਰਨ ਦਾ ਸਮਾਂ ਕੱਢਣਾ ਹੈ। ਸ਼ਡਿਊਲ ਇੱਕ ਪਾਸੇ ਰੱਖਦੇ ਆਪਣਾ ਬਿਜ਼ੀ, ਉਹ ਇੱਕ ਪਾਸੇ ਹੈ, ਪਰ ਇੰਨਾ ਸਮਾਂ ਮੈਂ ਇੱਕ ਦਿਨ ਵਿੱਚ ਸੰਗਤ ਲਈ, ਇੰਨਾ ਸਮਾਂ ਮੈਂ ਇੱਕ ਦਿਨ ਵਿੱਚ ਆਪਣੇ ਧਰਮ ਅਸਥਾਨ ਤੇ ਜਾ ਕੇ ਧਰਮ ਅਸਥਾਨ ਦੇ ਉੱਤੇ ਗੁਜ਼ਾਰਨਾ ਹੈ। ਚਾਹੇ ਜੋ ਮਰਜ਼ੀ ਹੋ ਜਾਏ ਜਾਂ ਜਿੱਦਾਂ ਦੀ ਮਰਜ਼ੀ ਮੇਰੀ ਬਿਜ਼ੀ ਲਾਈਫ ਹੋ ਜਾਏ, ਪਰ ਮੈਂ ਆਪਣੇ ਜੀਵਨ ਦੇ ਵਿੱਚੋਂ, ਆਪਣੇ ਇੱਕ ਦਿਨ ਚੋਂ ਇੰਨਾ ਕੁ ਸਮਾਂ ਤੇ ਮੈਂ ਆਪਣੇ ਧਰਮ ਲਈ ਕੱਢਣਾ ਹੈ, ਧਰਮ ਅਸਥਾਨ ਲਈ ਕੱਢਣਾ ਹੈ। ਆਪਣੀ ਜ਼ਿੰਦਗੀ ਦੇ ਵਿੱਚ ਸੰਗਤ ਕਰਨ ਲਈ ਮੈਂ ਇਹ ਸਮਾਂ ਪੱਕਾ ਮੁਕਰਰ ਰੱਖਣਾ ਹੈ। ਫਿਰ ਤੇ ਅਸੀਂ ਕਵਾਂਗੇ ਵੀ ਅਸੀਂ ਮਤਲਬ ਪ੍ਰਸਤ ਨਹੀਂ ਆ। ਤੇ ਅੱਜ ਦੇ ਸਮੇਂ 'ਚ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਅਸੀਂ ਅੱਜ ਜੇ ਸੰਗਤ ਲਈ ਵੀ ਆ ਰਹੇ ਹਾਂ ਨਾ, ਜਾਂ ਧਰਮ ਅਸਥਾਨਾਂ ਤੇ ਵੀ ਜਾ ਰਹੇ ਹਾਂ, ਤੇ ਫਿਰ ਵੀ ਮਤਲਬ ਪ੍ਰਸਤ ਨੂੰ ਹੀ ਜਾ ਰਹੇ ਹਾਂ। ਇਸ ਲਈ ਭਗਤ ਜੀ ਨੇ ਅੱਜ ਸਮਝਾਉਂਦਿਆਂ ਆਖਿਆ, ਕਹਿੰਦੇ ਭਾਈ ਤੂੰ ਆਪਣੇ ਜੀਵਨ ਨੂੰ, ਆਪਣੇ ਦਿਨ ਨੂੰ ਜਿਵੇਂ ਮਰਜ਼ੀ ਗੁਜ਼ਾਰ, ਤੈਨੂੰ ਕੋਈ ਰੋਕਦਾ ਨਹੀਂ ਹੈ। ਤੂੰ ਜਿਹੜਾ ਕਰਮ ਆਪਣੇ ਜੀਵਨ 'ਚ ਕਰਨਾ ਉਹ ਕਰ, ਜਿਹੜਾ ਸਮਾਂ ਤੇਰਾ ਗੁਜ਼ਰਨਾ ਉਹਨੇ ਗੁਜ਼ਰਨਾ ਹੀ ਹੈ। ਤੇ ਤੈਨੂੰ ਕਰਮ ਕਰਨੇ ਵੀ ਪੈਣੇ ਨੇ, ਪਰ ਕਰਮ ਕਰਦਾ ਇਸ ਗੱਲ ਦਾ ਖਿਆਲ ਰੱਖੀ ਵੀ ਜਿਹੜਾ ਸਮਾਂ ਬੈਠ ਕੇ ਤੂੰ ਸੰਗਤ ਵਿੱਚ ਲੰਘਾਏਗਾ, ਸੰਗਤ ਵਿੱਚ ਗੁਜ਼ਾਰੇਗਾ, ਸੱਜਣਾ ਲੇਖੇ 'ਚ ਉਹੀ ਪੈਣਾ, ਦੂਜਾ ਕੋਈ ਸਮਾਂ ਤੇਰਾ ਲੇਖੇ 'ਚ ਨਹੀਂ ਉਹ ਪੈਣਾ। ਐਵੇਂ ਨਹੀਂ ਸੀ ਸਤਿਗੁਰੂ ਪਾਤਸ਼ਾਹ ਨੇ ਕਹਿਤਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿੰਨੇ ਕਰਮ ਕਰਦਾ ਫਿਰਦਾ ਇਨਸਾਨ, ਪਰ ਮਾਲਕ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਤੇ ਕੀ ਕਰ ਤੂੰ? ਮਿਲ ਸਾਧ ਸੰਗਤ, ਸੰਗਤ ਵਿੱਚ ਬੈਠ, ਭਜ ਕੇਵਲ ਨਾਮ, ਇੱਕ ਰੱਬ ਦੇ ਨਾਮ ਨੂੰ ਭਜਿਆ ਕਰ, ਚੇਤੇ ਕਰਿਆ ਕਰ। ਇੱਕ ਨਾ ਸਤਿਗੁਰੂ ਜੀ ਨੇ ਹੋਰ ਬੜਾ ਪਿਆਰਾ ਬਚਨ ਬਾਣੀ 'ਚ ਦਿੱਤਾ, ਤੇ ਉੱਥੇ ਮਾਲਕ ਜੀ ਕਹਿੰਦੇ ਜਿਸ ਮਾਲਕ ਤੋਂ ਬਿਨਾ, ਪ੍ਰਭੂ ਤੋਂ ਬਿਨਾ ਇੱਕ ਘੜੀ ਦਾ ਸਮਾਂ ਵੀ ਗੁਜ਼ਾਰਿਆ ਨਹੀਂ ਜਾ ਸਕਦਾ, ਤੇ ਜਿਹਦੇ ਨਾਮ ਤੋਂ ਬਿਨਾ ਉਧਾਰ ਹੋਣਾ ਹੀ ਕੋਈ ਨਹੀਂ, ਨਾਨਕ ਸੋ ਧਨੀ ਕਿਉਂ ਵਿਸਾਰਿਓ।
ਉਧਰ ਹੈ ਜਿਸ ਦੇ ਨਾਏ, ਜਿਸ ਦੇ ਨਾਮ ਸਦਕਾ ਤੇਰਾ ਉਧਾਰ ਹੋਣਾ, ਜਿਹਦੇ ਨਾਮ ਸਦਕਾ ਤੂੰ ਤਰਨਾ, ਸੋ ਧਣੀ ਕਿਉਂ ਵਿਸਾਰਿਓ। ਇੱਕ ਨਾ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ 'ਚ ਘਟਨਾ ਮਿਲਦੀ ਬੜੀ ਪਿਆਰੀ। ਮੈਂ ਉਹਨਾਂ ਦੇ ਜੀਵਨ 'ਚੋਂ ਤਾਂ ਰੱਖਣ ਲੱਗਿਆ ਕਿਉਂਕਿ ਅੱਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਵੀ ਹੈ। ਸਤਿਗੁਰੂ ਪਾਤਸ਼ਾਹ ਨਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਵਿਚਰ ਰਹੇ, ਸੰਗਤਾਂ ਨੂੰ ਉਪਦੇਸ਼ ਦੇ ਰਹੇ। ਦੀਵਾਨ ਲੱਗਿਆ ਤੇ ਮਾਲਕ ਜੀ ਦੇ ਦੀਵਾਨ ਵਿੱਚ ਚੱਲ ਕੇ ਦੋ ਸਿੱਖ ਆਏ ਜਿਨ੍ਹਾਂ ਦਾ ਨਾਮ ਇਤਿਹਾਸ ਨੇ ਭਾਈ ਭਗੀਰਥ ਤੇ ਭਾਈ ਧੀਰੋ ਜੀ ਲਿਖਿਆ। ਇਹ ਦੋਵਾਂ ਜਣਿਆਂ ਨੇ ਆ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਮਾਲਕ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਸੰਗਤ ਕਰਨ ਦਾ, ਵੀ ਸੰਗਤ ਕਰਿਆ ਕਰੋ। ਕਿਉਂਕਿ ਸਤਿਗੁਰੂ ਜੀ ਨੇ ਬਕਾਇਦਾ ਸਮਝਾਇਆ ਵੀ ਸਿੱਖੀ ਜਿਹੜਾ ਇਹ ਵਰਤੋਂ ਦਾ ਨਾਮ ਹੈ, ਨਾ ਕਿ ਇੱਕ ਪਾਸੇ ਹੋ ਜਾਣਾ ਜਿਵੇਂ ਬਾਕੀ ਕਰਦੇ ਨਾ। ਮਤਲਬ ਸਤਿਗੁਰੂ ਜੀ ਦੇ ਕਹਿਣ ਦਾ ਇਹ ਸੀ ਵੀ ਸਿੱਖੀ ਜਿਹੜਾ ਇਹ ਵਰਤ ਵਿਹਾਰ ਦਾ ਧਰਮ ਹੈ, ਗ੍ਰਸਥ ਦਾ ਧਰਮ ਹੈ, ਜਿਹਨੂੰ ਸੌਖੇ ਲਫ਼ਜ਼ਾਂ 'ਚ ਕਹਿ ਲਈਏ। ਉਦਾਸੀ ਜਾਂ ਬੈਰਾਗੀ ਹੋ ਜਾਣਾ ਇਹ ਠੀਕ ਨਹੀਂ। ਮਾਲਕ ਜੀ ਨੇ ਇਦਾਂ ਉਹਨਾਂ ਨੂੰ ਆਖਿਆ ਤੇ ਬਕਾਇਦਾ ਇਹ ਕਿਹਾ ਵੀ ਸਤ ਸੰਗਤ ਕਰੋ ਤੇ ਸਤ ਸੰਗਤ ਕਰਦਿਆਂ ਹੋਇਆਂ ਸੰਗਤੀ ਬਣ ਕੇ ਲੋਕਾਈ ਦੀ ਸੇਵਾ, ਸਮਾਜ ਦੀ ਸੇਵਾ ਕਰੋ। ਕਿਉਂਕਿ ਸਾਧੂ ਜਿਹੜਾ ਉਹ ਸੇਵਾ ਕਰਦਾ ਨਹੀਂ, ਉਹ ਕਰਵਾਉਂਦਾ ਹੈ ਤੇ ਸਿੱਖ ਨੇ ਸੇਵਾ ਕਰਨੀ ਹੈ, ਗੁਰੂ ਦਾ ਸਿੱਖ ਬਣ ਕੇ, ਗੁਰੂ ਦਾ ਸੇਵਕ ਬਣ ਕੇ। ਮਾਲਕ ਜੀ ਏਦਾਂ ਉਪਦੇਸ਼ ਦੇ ਰਹੇ ਸੰਗਤ ਦਾ ਵੀ ਸੰਗਤ ਕਰੋ ਤੇ ਸਤਿਗੁਰੂ ਜੀ ਨੇ ਬਕਾਇਦਾ ਨਾ ਫਿਰ ਉੱਥੇ ਇੱਕ ਦ੍ਰਿਸ਼ਟਾਂਤ ਦੇ ਕੇ ਵੀ ਸਮਝਾਇਆ ਵੀ ਕਿੱਦਾਂ, ਕਿਸ ਢੰਗ ਦੇ ਨਾਲ ਸਾਨੂੰ ਸੰਗਤ ਕਰਨ ਦਾ ਫਿਰ ਫਲ ਪ੍ਰਾਪਤ ਹੁੰਦਾ, ਕਿੱਦਾਂ ਸਾਡੇ ਜੀਵਨ ਦੇ ਅੰਦਰ ਬਦਲਾਵ ਆਉਂਦਾ ਤੇ ਅਸੀਂ ਕੀ ਕੁਝ ਹਾਸਲ ਕਰ ਸਕਦੇ ਹਾਂ। ਮਾਲਕ ਜੀ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਇੱਕ ਵਾਰ ਇੱਕ ਰਾਜਾ ਸੀ ਤੇ ਉਹ ਰਾਜੇ ਨੂੰ ਨਾ ਲਾਲਾਂ ਦੀ ਲੋੜ ਪੈ ਗਈ। ਲਾਲਾਂ ਮਤਲਬ ਹੀਰੇ ਜਵਾਹਰਾਤਾਂ ਦੀ। ਹੁਣ ਜਦੋਂ ਹੀਰੇ ਜਵਾਹਰਾਤਾਂ ਦੀ ਜ਼ਰੂਰਤ ਪਈ, ਉਹ ਸੋਚੀ ਪੈ ਗਿਆ ਵੀ ਹੁਣ ਹੀਰੇ ਜਵਾਹਰਾਤ ਮੈਂ ਕਿੱਥੋਂ ਲੈ ਕੇ ਆਵਾਂ। ਉਹਨੇ ਇੱਕ ਤਰਕੀਬ ਲਾਈ। ਉਹ ਤਰਕੀਬ ਇਹ ਲਾਉਂਦਾ ਕਿਉਂ, ਪਤਾ ਲੱਗ ਗਿਆ ਨਾ ਵੀ ਜਿਹੜਾ ਹੰਸ ਹੈ ਉਹ ਖਾਂਦਾ ਵੀ ਮੋਤੀ ਤੇ ਲਾਲ ਹੀ ਹੈ, ਉਗਲਦਾ ਵੀ ਮੋਤੀ ਤੇ ਲਾਲ ਹੀ ਹੈ। ਉਹਨੇ ਤਰਕੀਬ ਇਹ ਲਾਈ, ਉਹਨੇ ਨਾ ਆਪ ਜਾ ਕੇ ਤੇ ਦਾਣਾ ਖਿਲਾਰਤਾ। ਇਹ ਪੰਛੀ ਆਉਣਗੇ ਦਾਣਾ ਚੁਗਣਗੇ। ਇਦਾਂ ਹੀ ਹੋਇਆ, ਉਹਨੇ ਪਹਿਲੇ ਦਿਨ ਦਾਣਾ ਖਿਲਾਰਿਆ, ਪੰਛੀ ਆਏ, ਉਹਨਾਂ ਨੇ ਦਾਣਾ ਚੁਗਿਆ, ਚਲੇ ਗਏ। ਦੂਜਾ ਦਿਨ ਫੇਰ ਆਇਆ, ਉਹਨੇ ਫੇਰ ਬੜਾ ਦਾਣਾ ਖਿਲਾਰਿਆ। ਹੁਣ ਪਹਿਲੇ ਦਿਨ ਨਾਲੋਂ ਦੂਜੇ ਦਿਨ ਹੋਰ ਪੰਛੀ ਵੱਧ ਗਏ। ਸਤਿਗੁਰੂ ਜੀ ਨੇ ਦੱਸਦਿਆਂ ਉੱਥੇ ਕਿਹਾ, ਕਹਿੰਦੇ ਇਦਾਂ ਉਹਨੇ ਨਾ ਰੂਟੀਨ ਬਣਾ ਲਈ, ਨੇਮ ਬਣਾ ਲਿਆ ਵੀ ਮੈਂ ਦਾਣਾ ਖਿਲਾਰਨਾ ਹੀ ਹੈ। ਰਾਜੇ ਨੇ ਨੇਮ ਬਣਾ ਲਿਆ, ਮੈਂ ਦਾਣਾ ਖਿਲਾਰਨਾ ਹੈ। ਉਹਨੇ ਖਿਲਾਰ ਦਿਆ ਕਰਨਾ, ਪੰਛੀਆਂ ਨੇ ਆਉਣਾ, ਚੁੱਕ ਕੇ ਤੁਰ ਜਾਣਾ। ਇੱਕ ਦਿਨ ਉਹ ਸਾਰੇ ਪੰਛੀ ਜਿਹੜੇ ਰੋਜ਼ ਆਉਂਦੇ ਨਾ ਉਹ ਵੀ ਆਏ, ਨਾਲ ਉਹਨਾਂ ਦੇ ਕੁਝ ਕੁ ਹੰਸ ਵੀ ਚੱਲ ਕੇ ਆ ਗਏ। ਤੇ ਹੁਣ ਸਤਿਗੁਰੂ ਜੀ ਨੇ ਬਾਣੀ 'ਚ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਸੀ, ਹੰਸ ਉਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਈ, ਹੰਸ ਨਾ ਕੋਧਰਾ ਖਾਏ। ਹੁਣ ਹੰਸ ਆ ਤੇ ਗਿਆ ਤੇ ਹੁਣ ਸੁਭਾਵਿਕ ਜਿਹੀ ਗੱਲ ਹੈ ਵੀ ਜਿਹਦਾ ਖਾਣਾ ਹੀ ਮੋਤੀ ਤੇ ਮੁਕਤਾਹਲ ਹੈ, ਉਹਨੇ ਦਾਣੇ ਕਿੱਥੋਂ ਚੁਗ ਲੈਣੇ। ਉਹ ਆਇਆ, ਕੁਝ ਸਮਾਂ ਉੱਥੇ ਬੈਠਾ, ਉਹਨੇ ਵੇਖਿਆ ਵੀ ਮੇਰੇ ਪਸੰਦੀ ਇੱਥੇ ਉਹ ਖਾਣਾ ਨਹੀਂ ਜਿਹੜਾ ਮੈਂ ਖਾਣਾ, ਪਰ ਉਹ ਜਾਂਦਾ ਜਾਂਦਾ ਹੀਰੇ ਜਵਾਹਰਾਤ ਉਗਲ ਕੇ ਗਏ, ਦੇ ਕੇ ਗਏ। ਰਾਜਾ ਲਾਲ ਹਾਸਲ ਕਰਕੇ ਬੜਾ ਖੁਸ਼ ਹੋਇਆ।
ਸਤਿਗੁਰੂ ਨੇ ਦ੍ਰਿਸ਼ਟਾਂਤ ਜਿਹੜਾ ਦੇ ਕੇ ਨਾ ਫਿਰ ਨਾਲ ਇਹ ਕਿਹਾ, ਕਹਿੰਦੇ ਸਾਡਾ ਫਰਜ਼ ਬਣਦਾ ਅਕਾਲ ਪੁਰਖ ਨੂੰ ਆਰਾਧਨਾ। ਅਕਾਲ ਪੁਰਖ ਨੂੰ ਆਰਾਧਦਿਆਂ ਹੋਇਆਂ ਲੋਕਾਈ ਦੀ ਸੇਵਾ ਕਰਨੀ। ਜਦੋਂ ਇਹ ਕਰਮ ਅਸੀਂ ਕਰਾਂਗੇ ਨਾ, ਇੱਕ ਦਿਨ ਐਸਾ ਆਏਗਾ ਜਿੱਦਣ ਰੱਬ ਦਾ ਨਾਮ ਰੂਪੀ ਰਤਨ ਸਾਨੂੰ ਮਿਲ ਜਾਣਗੇ, ਜਿੱਦਣ ਅਸੀਂ ਸੱਚਮੁੱਚ ਉਹਦੇ ਨਾਮ ਰੂਪੀ ਰਤਨਾਂ ਨਾਲ ਭਰ ਜਾਾਂਗੇ। ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਦਾਣਾ ਵੀ ਨਾ ਖਿਲਾਰਾਂ, ਸਮਾਂ ਬਤੀਤ ਵੀ ਨਾ ਕਰਾਂ, ਤੇ ਮੈਂ ਕਿਸੇ ਪ੍ਰਕਾਰ ਲੋਕਾਈ ਦੀ ਸਮਾਜ ਦੀ ਸੇਵਾ ਵੀ ਨਾ ਕਰਾਂ, ਤੇ ਮੈਨੂੰ ਫਿਰ ਵੀ ਮੋਤੀ ਮੁਕਤਾਹਲ ਮਿਲ ਜਾਣ, ਫਿਰ ਕੋਈ ਦਾਵਾ ਨਹੀਂ। ਸੇਵਾ ਵੀ ਕਰਨੀ ਪਏਗੀ ਸਮਾਜ ਦੀ। ਜਿੱਥੇ ਸਮਾਜ ਦੀ ਸੇਵਾ ਕਰਨੀ ਹੈ ਉੱਥੇ ਅਕਾਲ ਪੁਰਖ ਦੇ ਨਾਮ ਨੂੰ ਚੇਤਾ ਵੀ ਕਰਨਾ ਪਏਗਾ। ਜਦੋਂ ਆਰਾਧਾਂਗੇ ਫੇਰ ਹੀ ਕਿਤੇ ਜਾ ਕੇ ਜਿਹੜੇ ਰੱਬ ਦੇ ਨਾਮ ਰੂਪੀ ਰਤਨ ਨੇ ਉਹਨਾਂ ਦੀ ਪ੍ਰਾਪਤੀ ਸਾਨੂੰ ਹੁੰਦੀ, ਜੀਵ ਉਹਨਾਂ ਨੂੰ ਹਾਸਲ ਕਰਦਾ ਹੈ। ਤੇ ਅੱਜ ਭਗਤ ਜੀ ਨੇ ਇਹੋ ਤੇ ਸਮਝਾਇਆ, ਕਹਿੰਦੇ ਵੇਖ ਭਾਵੇਂ ਇੱਕ ਘੜੀ ਦੀ ਗੱਲ ਕਰ ਲਾ, ਭਾਵੇਂ ਅੱਧੀ ਦੀ ਕਰ ਲਾ, ਤੇ ਭਾਵੇਂ ਘੜੀ ਦੇ ਚੌਥੇ ਹਿੱਸੇ ਦੀ ਗੱਲ ਕਰ ਲਾ, ਪਰ ਸੱਜਣਾ ਖਿਆਲ ਰੱਖੀ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਲੇਖੇ ਵਿੱਚ ਉਹੀ ਪੈਣਾ ਜਿਹੜਾ ਕਿਤੇ ਬਹਿ ਕੇ ਰੱਬ ਦੇ ਪਿਆਰਿਆਂ ਨਾਲ ਸਮਾਂ ਗੁਜ਼ਾਰਿਆ ਹੋਵੇਗਾ। ਕਬੀਰ ਭਾਂਗ ਮਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ। ਹੁਣ ਭਗਤ ਜੀ ਨੇ ਜੋ ਗੱਲ ਕੀਤੀ, ਇਹਨੂੰ ਥੋੜਾ ਜਿਹਾ ਨਾ ਨਿਰਪੱਖ ਹੋ ਕੇ ਵਿਚਾਰਿਓ। ਮੈਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਨ ਲੱਗਾ ਵੀ ਆਹ ਕੰਮ ਕਰਨਾ ਜਾਂ ਨਹੀਂ ਕਰਨਾ। ਜੋ ਭਗਤ ਕਬੀਰ ਸਾਹਿਬ ਇਸ ਸ਼ਬਦ ਵਿੱਚ ਸਾਨੂੰ ਸਮਝਾ ਰਹੇ ਨੇ, ਕੁਝ ਕੁ ਚੀਜ਼ਾਂ ਦਾ ਜ਼ਿਕਰ ਕੀਤਾ ਉਹਨਾਂ, ਭਾਂਗ, ਮਾਸ਼ੂਲੀ, ਸੁਰਾ, ਪਾਨ। ਜੋ ਜੋ ਪ੍ਰਾਨੀ ਖਾਹੇ, ਜਿਹੜਾ ਜਿਹੜਾ ਪ੍ਰਾਣੀ ਇਹਨਾਂ ਦਾ ਸੇਵਨ ਕਰਦਾ ਹੈ। ਉੱਪਰਲਾ ਸ਼ਲੋਕ ਨਾਲ ਲੈ ਕੇ ਚੱਲਿਓ। ਜਦੋਂ ਅਸੀਂ ਭਗਤ ਦੇ ਸੰਗ 'ਚ ਬਹਿ ਗਏ, ਗੁਰੂ ਦੇ ਸੰਗ 'ਚ ਬਹਿਣਾ ਸ਼ੁਰੂ ਕਰ ਲਿਆ, ਰੱਬੀ ਯਾਦ 'ਚ ਬਹਿਣਾ ਸ਼ੁਰੂ ਕਰ ਲਿਆ, ਰੱਬ ਦੇ ਪਿਆਰਿਆਂ ਦੇ ਸੰਗ 'ਚ ਬਹਿਣ ਲੱਗ ਪਏ ਅਸੀਂ, ਮਤਲਬ ਸੰਗਤ ਕਰਨੀ ਸ਼ੁਰੂ ਕਰ ਲਈ। ਉਦੋਂ ਬਾਅਦ ਵਿੱਚ, ਕਿਉਂਕਿ ਅਗਾਂਹ ਜਾ ਕੇ ਦੂਜੀ ਪੰਕਤੀ 'ਚ ਉਹਨਾਂ ਦੱਸਣਾ ਵੀ ਉਹ ਸੰਗਤ ਕਰਦਾ ਕਿਹੜੇ ਕਿਹੜੇ ਕਰਮ ਕਰਦਾ, ਤੇ ਜਦੋਂ ਇਹ ਕਰਮ ਕਰਦਾ ਹੋਇਆ ਨਾਲ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਤੇ ਫਿਰ ਕੀ ਬਣਦਾ। ਭਾਂਗ ਦਾ ਮਤਲਬ ਭੰਗ, ਮਾਸ਼ੂਲੀ ਮੱਛੀ, ਸੁਰਾ ਸ਼ਰਾਬ, ਪਾਨ ਚਾਹੇ ਉਸ ਪਾਨ ਦੀ ਗੱਲ ਕਰ ਲਓ, ਤੇ ਜਾਂ ਪਾਨ ਦਾ ਮਤਲਬ ਇੱਥੇ ਸੇਵਨ ਕਰਨਾ ਜਾਂ ਖਾਣ ਦੀ ਗੱਲ ਕਰ ਲਓ, ਪਾਨ ਕਰਨਾ। ਜੇ ਚਾਰ ਚੀਜ਼ਾਂ ਦਾ ਜ਼ਿਕਰ ਕਰਦੇ ਆ ਤੇ ਫਿਰ ਉਹ ਚਾਰੇ, ਇੱਕ ਪਾਨ, ਇੱਕ ਸ਼ਰਾਬ, ਇੱਕ ਮੱਛੀ, ਤੇ ਚੌਥੇ ਨੰਬਰ ਤੇ ਭੰਗ। ਇਹ ਚਾਰੇ ਚੀਜ਼ਾਂ ਨੇ ਇਹੀ ਰਹਿਣਾ। ਮੱਛੀ ਨੇ ਮੱਛੀ ਰਹਿਣਾ, ਭੰਗ ਨੇ ਭੰਗ ਰਹਿਣਾ, ਸ਼ਰਾਬ ਨੇ ਸ਼ਰਾਬ ਰਹਿਣਾ, ਤੇ ਪਾਨ ਨੇ ਪਾਨ ਹੀ ਰਹਿਣਾ। ਨਾਮ ਅਸੀਂ ਭਾਵੇਂ ਬਦਲ ਲਈਏ। ਜੇ ਸ਼ਰਾਬ ਨੂੰ ਅਸੀਂ ਪੰਜ ਰਤਨੀ ਕਹਿਣਾ ਸ਼ੁਰੂ ਕਰ ਦਾਂਗੇ ਨਾ, ਤੇ ਉਹਦਾ ਇਫੈਕਟ ਨਹੀਂ ਬਦਲ ਜਾਣਾ, ਉਹਦਾ ਇਫੈਕਟ ਉਹੀ ਰਹਿਣਾ। ਉਹਨੇ ਸਾਡੇ ਲੀਵਰ ਨੂੰ ਡੈਮੇਜ ਕਰਨਾ ਹੀ ਕਰਨਾ। ਚਾਹੇ ਅਸੀਂ ਉਹਨੂੰ ਰਤਨ ਕਹਿ ਕੇ ਪੀਣ ਲੱਗ ਜਾਈਏ, ਚਾਹੇ ਅਸੀਂ ਉਹਨੂੰ ਕੋਈ ਨਾਮ ਦੇ ਕੇ ਪੀਣ ਲੱਗ ਜਾਈਏ, ਪਰ ਜੋ ਸਾਈਡ ਇਫੈਕਟ ਨੇ, ਜੋ ਸ਼ਰਾਬ ਦਾ ਕੰਮ ਹੈ ਹੋਣਾ ਉਹ ਹੀ ਹੈ। ਕਰਮ ਨਹੀਂ ਬਦਲ ਜਾਣਾ, ਨਾਮ ਬਦਲ ਲੈਣ ਦੇ ਨਾਲ ਕੰਮ ਉਹੀ ਰਹਿਣਗੇ। ਤੇ ਜੇ ਭੰਗ ਦਾ ਅਸੀਂ ਨਾਮ ਬਦਲ ਕੇ ਕੁਝ ਹੋਰ ਰੱਖ ਲਾਂਗੇ ਨਾ, ਚਾਹੇ ਅਸੀਂ ਦੇਗ ਕਹਿਣ ਲੱਗ ਜਾਈਏ, ਚਾਹੇ ਪ੍ਰਸ਼ਾਦ ਕਹਿਣ ਲੱਗ ਜਾਈਏ, ਰਹਿਣਾ ਭੰਗ ਹੀ ਹੈ। ਤੇ ਉਹਦੇ ਇਫੈਕਟ ਵੀ ਉਹੀ ਨੇ ਜੋ ਭੰਗ ਦੇ ਹੁੰਦੇ ਨੇ। ਸਾਡੇ ਨਾਮ ਬਦਲ ਲੈਣ ਨਾਲ ਭੰਗ ਦਾ ਕਰਮ ਨਹੀਂ ਬਦਲ ਜਾਣਾ, ਉਹਨੇ ਉਹੀ ਰਹਿਣਾ। ਕਿਉਂਕਿ ਡਾਇਰੈਕਟਲੀ ਤੇ ਅਸੀਂ ਸੇਵਨ ਕੀਤਾ ਨਹੀਂ, ਭੰਗ ਨੂੰ ਭੰਗ ਕਹਿ ਕੇ ਨਹੀਂ ਅਸੀਂ ਛਕਿਆ, ਭੰਗ ਨੂੰ ਭੰਗ ਕਹਿ ਕੇ ਨਹੀਂ ਅਸੀਂ ਪੀਤਾ, ਭੰਗ ਨੂੰ ਅਸੀਂ ਹੋਰ ਨਾਮ ਦੇ ਕੇ ਪੀਣ ਲਈ ਪ੍ਰੇਰਨਾ ਕਰਦੇ ਰਹੇ ਵੀ ਪੀਆ ਕਰੋ ਭਾਈ।
ਸ਼ਰਾਬ ਨੂੰ ਸ਼ਰਾਬ ਕਹਿ ਕੇ ਪੀਣ ਤੋਂ ਰੋਕਤਾ। ਜਦੋਂ ਕਿਸੇ ਨੇ ਪੰਜ ਰਤਨੀ ਕਹਿਤਾ ਫਿਰ ਕਹਿੰਦੇ ਭਾਵੇਂ ਹੁਣ ਰੋਜ਼ ਹੀ ਪੀਤੀ ਚੱਲ। ਪਰ ਕਰਮ ਥੋੜੀ ਬਦਲ ਜਾਏਗਾ, ਉਹ ਤੇ ਉਹੀ ਰਹਿਣਾ ਨਾ। ਤੇ ਸਤਿਗੁਰੂ ਜੀ ਨੇ ਬੜੀ ਦ੍ਰਿੜਤਾ ਦੇ ਨਾਲ, ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਕਹਿੰਦੇ ਸੱਜਣਾ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਤੇ ਪੀਣ ਤੋਂ ਪਹਿਲਾਂ ਇੰਨਾ ਕੁ ਖਿਆਲ ਰੱਖੀ, ਜਿਤ ਪੀਤੈ ਮਤ ਦੂਰ ਹੋਏ। ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਆਹ ਗੱਲ ਦਾ ਖਿਆਲ ਰੱਖੀ, ਕੋਈ ਵੀ ਚੀਜ਼ ਖਾਣ ਤੇ ਪੀਣ ਤੋਂ ਪਹਿਲਾਂ, ਜਿਸ ਵਸਤੂ ਨੂੰ ਖਾਧਿਆਂ, ਜਿਸ ਵਸਤੂ ਨੂੰ ਪੀਤਿਆਂ ਤੇਰੀ ਮਤ ਦੂਰ ਹੋ ਜਾਏ ਤੇ ਇੱਕ ਬੜੀ ਭੈੜੀ ਜੀ ਮਤ ਤੇਰੇ ਅੰਦਰ ਆ ਕੇ ਪ੍ਰਵੇਸ਼ ਕਰ ਜਾਏ, ਤੇ ਉਹਦੇ ਲਈ ਸਤਿਗੁਰੂ ਨੇ ਕਿਹਾ ਸੀ, ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ। ਸਜਣਾ ਇਦਾਂ ਦਾ ਝੂਠਾ ਨਸ਼ਾ ਕਦੇ ਵੀ ਨਾ ਕਰੀ ਜਿੱਥੋਂ ਤੱਕ ਤੇਰਾ ਵਸ ਚੱਲੇ। ਕੋਸ਼ਿਸ਼ ਕਰ। ਹੁਣ ਇਹ ਦੋ ਨਸ਼ੇ ਐਸੇ ਨੇ, ਸ਼ਰਾਬ ਔਰ ਭੰਗ ਦਾ। ਬਹੁ ਮਾਤਰਾ ਵਿੱਚ ਸ਼ਰਾਬ ਪੀ ਲਏ ਇਨਸਾਨ ਫਿਰ ਵੀ ਆਪਣੀ ਸੁਰਤ ਭੁਲਾ ਦਿੰਦਾ, ਬਹੁ ਮਾਤਰਾ ਵਿੱਚ। ਮੈਂ ਤਾਂ ਕਹਿ ਰਿਹਾ ਵੀ ਹੋ ਸਕਦਾ ਬੰਦਾ ਕਵੇ ਜੀ ਮੈਂ ਤੇ ਬੜੀ ਪੀ ਲੈਣਾ ਮੈਨੂੰ, ਪਰ ਮੇਰੀ ਕਦੇ ਮੱਤ ਨਹੀਂ ਵਿਸਰੀ। ਮੱਤ ਵਿਸਰ ਜਾਣਾ ਤੇ ਜੋ ਸਾਡੇ ਨੁਕਸਾਨ ਨੇ ਉਹ ਆਪਣੇ ਤੇ ਪਰਾਈ ਦੀ ਪਛਾਣ ਖਤਮ ਹੋ ਜਾਣੀ। ਚਾਹੇ ਮੱਤ ਵਿਸਰੇ ਨਾ ਵਿਸਰੇ, ਪਰ ਬੰਦਾ ਜੇ ਪੀਂਦਾ ਹੈ ਤੇ ਉਹਨੂੰ ਆਪਣੇ ਪਰਾਈ ਦੀ ਪਛਾਣ ਭੁੱਲ ਹੀ ਜਾਂਦੀ ਹੈ। ਪੀਣ ਵਾਲਾ ਫਿਰ ਕਦੇ ਇਹ ਨਹੀਂ ਵੇਖਦਾ ਮੇਰੇ ਸਾਹਮਣੇ ਬੈਠੀ ਹੋਈ ਮੇਰੀ ਧੀ ਹੈ, ਭੈਣ ਹੈ ਜਾਂ ਮਾਂ ਹੈ, ਇਹਨਾਂ ਦੇ ਸਾਹਮਣੇ ਬਹਿ ਕੇ ਮੈਨੂੰ ਪੀਣੀ ਚਾਹੀਦੀ ਕਿ ਨਹੀਂ ਪੀਣੀ ਚਾਹੀਦੀ। ਭੁੱਲ ਗਿਆ। ਇਹ ਵੀ ਭੁੱਲ ਗਿਆ ਵੀ ਸਾਹਮਣੇ ਬੈਠਾ ਮੇਰਾ ਪੁੱਤਰ ਹੈ, ਜੇ ਅੱਜ ਮੈਂ ਪੀ ਰਿਹਾ ਨਾ ਤੇ ਕੱਲ ਨੂੰ ਇਹ ਵੀ ਗਲਾਸੀ ਫੜੇਗਾ। ਭੁੱਲ ਗਿਆ। ਉਹਨੇ ਆਪਣੀ ਜ਼ਰੂਰਤ ਪੂਰੀ ਕੀਤੀ, ਆਪਣੇ ਪੁੱਤਰ ਦਾ ਫਿਊਚਰ ਨਹੀਂ ਉਹਨੇ ਵੇਖਿਆ। ਆਪਣਾ ਪਰਾਇਆ ਨਾ ਪਛਾਣੇ। ਜ਼ਰੂਰੀ ਇਹ ਨਹੀਂ ਹੈ ਵੀ ਮੱਤ ਵਿਸਰਨਾ, ਬੰਦਾ ਬੇਮੱਤ ਹੋ ਕੇ ਬੇਸੁਰਤ ਹੋ ਕੇ ਫਿਰਿਆ ਰਹੇ। ਆ ਵੀ ਮੱਤ ਦਾ ਵਿਸਰਨਾ ਹੀ ਹੈ, ਜਿੱਥੇ ਆ ਕੇ ਆਪਣੇ ਪਰਾਈ ਦੀ ਪਛਾਣ ਹੀ ਮੁੱਕ ਗਈ। ਸ਼ਰਾਬ ਨੇ ਆ ਇਫੈਕਟ ਕੀਤਾ। ਤੇ ਕਦੇ ਡਾਕਟਰ ਕੋਲੋਂ ਪੁੱਛ ਕੇ ਵੇਖਿਓ, ਸ਼ਰਾਬ ਦੇ ਨਾਲੋਂ ਭੈੜਾ ਨਸ਼ਾ ਹੈ ਭੰਗ ਦਾ, ਕਿਉਂਕਿ ਸ਼ਰਾਬ ਸਾਡੀ ਬਾਡੀ ਨੂੰ ਇਫੈਕਟ ਕਰਦੀ ਹੈ। ਬਹੁ ਮਾਤਰਾ 'ਚ ਪੀਵਾਂਗੇ ਉਹਨੇ ਸਾਡੀ ਫਿਰ ਮੱਤ ਵਿਸਾਰਨੀ, ਫਿਰ ਉਹਨੇ ਸਾਡੀ ਮੱਤ ਨੂੰ ਭੁਲਾ ਦੇਣਾ। ਪਰ ਭੰਗ ਸਿੱਧਾ ਦਾ ਇਫੈਕਟ ਸਾਡੇ ਦਿਮਾਗ ਤੇ ਹੀ ਕਰਦੀ ਹੈ। ਉਹ ਬਾਡੀ ਕਿਸੇ ਹੋਰ ਸਿਰੇ ਅੰਗ ਨੂੰ ਡੈਮੇਜ ਕਰੇ ਜਾਂ ਨਾ ਕਰੇ, ਪਰ ਉਹ ਸਾਡੇ ਦਿਮਾਗ ਨੂੰ ਜ਼ਰੂਰ ਸੁੰਨ ਕਰ ਦਿੰਦੀ ਹੈ। ਮੱਤ ਵੀਸਰ ਹੈ। ਹੁਣ ਨਾਮ ਅਸੀਂ ਕੋਈ ਦੇਈ ਚੱਲੀਏ, ਇਫੈਕਟ ਤੇ ਉਹ ਹੀ ਰਹਿਣਗੇ ਨਾ। ਤੇ ਭਗਤ ਜੀ ਕਹਿੰਦੇ ਭਾਂਗ ਮਾਸ਼ੁਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ। ਜਿਹੜਾ ਜਿਹੜਾ ਪ੍ਰਾਨੀ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਹੈ। ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲ ਜਾਹੇ। ਹੁਣ ਬੰਦਾ ਸਵੇਰੇ ਕਰੇ ਸੰਗਤ, ਗੁਰੂ ਦਾ ਸੰਗ, ਤੇ ਸ਼ਾਮ ਨੂੰ ਬੋਤਲ ਖੋਲ ਕੇ ਬਹਿ ਜਾਏ ਤੇ ਆਖੇ ਮੈਨੂੰ ਸੰਗਤ ਦਾ ਫਲ ਮਿਲੇ, ਮੈਂ ਸੰਗਤ ਕਰਦਾ। ਸਵੇਰੇ ਸੰਗ ਕਰੇ, ਗੁਰੂ ਕੀ ਬਾਣੀ ਪੜ੍ਹੇ, ਗੁਰੂ ਕੀ ਬਾਣੀ ਸੁਣੇ, ਗੁਰੂ ਕੀ ਬਾਣੀ ਸੁਣਨ ਤੋਂ ਬਾਅਦ ਸ਼ਾਮਾਂ ਪੈਣ ਦੇ ਉੱਤੇ ਭੰਗ ਪੀਣ ਲੱਗ ਜਾਏ ਤੇ ਫਿਰ ਕਵੇ ਸੰਗਤ ਦਾ ਫਲ ਮਿਲੇ। ਦਿਨੇ ਬਾਣੀ ਸੁਣੀ, ਸ਼ਾਮ ਨੂੰ ਕਵੇ ਹੁਣ ਮੈਂ ਮੱਛੀ ਦਾ ਸੇਵਨ ਕਰ ਲਾਂ ਤੇ ਮੈਨੂੰ ਸੰਗਤ ਦਾ ਫਲ ਮਿਲੇ, ਜਾਂ ਸ਼ਾਮਾਂ ਨੂੰ ਕਹੇ ਮੈਂ ਪਾਨ ਦਾ ਸੇਵਨ ਕਰ ਲਾਂ ਤੇ ਮੈਨੂੰ ਸੰਗਤ ਦਾ ਫਲ ਮਿਲੇ। ਤੇ ਸਤਿਗੁਰੂ ਕਹਿੰਦੇ ਖਿਆਲ ਰੱਖੀ, ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ। ਤੂੰ ਜਿੰਨੇ ਮਰਜ਼ੀ ਭਲੇ ਕਰਮ ਕਰ ਲਾ ਸੱਜਣਾ, ਜੇ ਆਹ ਭੈੜੇ ਕਰਮ ਕੀਤੇ ਨਾ, ਆ ਜਿਹੜੇ ਚਾਰ ਤੈਨੂੰ ਉੱਤੇ ਦੱਸੇ, ਕੇਵਲ ਚਾਰ ਹੀ ਨਹੀਂ, ਹੁਣ ਜਿੰਨੇ ਇਹਨਾਂ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਆਉਣਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਹੀ, ਜੇ ਇਹਨਾਂ 'ਚ ਕੋਈ ਕੰਮ ਕੀਤਾ ਨਾ, ਤੇਰੀ ਸੰਗਤ ਕੀਤੀ, ਤੇਰਾ ਤੀਰਥ ਕੀਤੇ, ਤੇਰੇ ਤਪ ਕੀਤੇ ਹੋਏ ਸਭੇ ਰਸਾਤਲ ਜਾਏ, ਸਾਰੇ ਗਰਕ ਜਾਣਗੇ, ਕੋਈ ਲਾਭ ਨਹੀਂ ਉਹ ਮਿਲਣਾ। ਤੂੰ ਤੇ ਭੁੱਲ ਹੀ ਗਿਆ।
ਕਿਹੜਾ ਕੰਮ ਕਰਨ ਵਾਲਾ ਸੀ ਤੇ ਕਿਹੜਾ ਨਹੀਂ। ਸੰਗਤ ਕਰਨੀ, ਸੰਗਤ ਕਰਦਿਆਂ ਫਿਰ ਇੰਨਾ ਕਿਤੇ ਖਿਆਲ ਰੱਖ ਨਾ ਵੀ ਜਿਨ੍ਹਾਂ ਦੇ ਸੰਗ 'ਚ ਬੈਠਾ ਉਹਨਾਂ ਵਰਗਾ ਬਣਤੇ ਜਾਵਾਂ। ਜਿਨ੍ਹਾਂ ਦੇ ਕੋਲ ਬਹਿ ਕੇ ਮੈਂ ਬਾਣੀ ਸੁਣ ਰਿਹਾ, ਚਲੋ ਕੋਲ ਬਹਿਣ ਵਾਲਾ ਵੀ ਕਹਿ ਸਕਦੇ ਆ ਜੀ ਸਾਨੂੰ ਨਹੀਂ ਪਤਾ ਉਹਦਾ ਜੀਵਨ ਕਿੱਦਾਂ ਦਾ ਹੈ। ਜਿਨ੍ਹਾਂ ਦੀ ਬਾਣੀ ਸੁਣ ਰਿਹਾ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਤੇ ਕਰ। ਜਾਂ ਜਿਨ੍ਹਾਂ ਕੋਲੋਂ ਪ੍ਰੇਰਨਾ ਲੈ ਰਹੇ ਆ, ਪ੍ਰੇਰਿਤ ਹੋ ਰਹੇ ਆ ਵੀ ਮੈਨੂੰ ਤੁਹਾਡਾ ਸੰਗ ਮਿਲੇ, ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਤੇ ਕਰ, ਯਤਨ ਤੇ ਕਰ ਵੀ ਮੈਂ ਉਹਨਾਂ ਵਰਗਾ ਬਣ ਕੇ ਸੰਗਤ ਕਰ ਸਕਾਂ। ਉਹਨਾਂ ਵਾਂਗੂ ਬਣ ਕੇ ਮੈਂ ਆਪਣੇ ਜੀਵਨ ਦੇ ਅੰਦਰ ਬਾਣੀ ਜਿਹੜੀ ਉਹਨੂੰ ਧਾਰਨ ਕਰਨਾ, ਬਾਣੀ ਅਨੁਸਾਰ ਮੇਰਾ ਜੀਵਨ ਬਣ ਜਾਏ। ਸੱਜਣਾ, ਫਿਰ ਤੇ ਹੈ ਤੇਰੇ ਸਮੇਂ ਨੂੰ ਵਿਅਤੀਤ ਕੀਤੇ ਹੋਏ ਦਾ ਲਾਭ, ਸਮੇਂ ਦਾ ਲਾਹਾ। ਪਰ ਜੇ ਉਹਨਾਂ ਦਾ ਸੰਗ ਕਰਦਿਆਂ ਵੀ ਤੂੰ ਇਹਨਾਂ ਚੀਜ਼ਾਂ ਤੋਂ ਆਪਣਾ ਆਪਾ ਛੁਡਾ ਨਾ ਸਕਿਆ ਤੇ ਫਿਰ ਕੋਈ ਲਾਹਾ ਨਹੀਂ। ਉਹ ਜਿਹੜਾ ਮਰਜ਼ੀ ਸਮਾਂ ਜਿਵੇਂ ਮਰਜ਼ੀ ਗੁਜ਼ਾਰੀ ਚੱਲ। ਇਸ ਲਈ ਕੋਸ਼ਿਸ਼ ਇਹ ਹੋਵੇ, ਕਿਉਂਕਿ ਇਹ ਚੀਜ਼ਾਂ ਕੇਵਲ ਸਾਡੇ ਉੱਤੇ ਨਹੀਂ ਇਫੈਕਟ ਕਰਦੀਆਂ, ਸਾਡੀ ਫੈਮਿਲੀ ਉੱਤੇ ਵੀ ਇਹਨਾਂ ਚੀਜ਼ਾਂ ਦਾ ਬਹੁਤ ਪ੍ਰਭਾਵ ਪੈਂਦਾ। ਨਸ਼ੇ ਦਾ ਸੇਵਨ ਕਰਨ ਵਾਲਾ ਪਰਿਵਾਰ 'ਚ ਕਿਵੇਂ ਖੁਸ਼ ਰਹਿ ਲੇਗਾ, ਜਾਂ ਉਹਦਾ ਪਰਿਵਾਰ ਕਿਵੇਂ ਖੁਸ਼ ਰਹਿ ਲੇਗਾ। ਇਸ ਲਈ ਕੋਸ਼ਿਸ਼ ਇਹ ਹੋਵੇ ਵੀ ਜਿੰਨਾ ਹੋ ਸਕੇ, ਜਿੰਨਾ ਯਤਨ ਹੋਵੇ, ਜਿੰਨੀ ਕੋਸ਼ਿਸ਼ ਹੋਵੇ ਸਾਡੀ, ਉਹ ਇਹ ਹੋਵੇ ਵੀ ਅਸੀਂ ਪਰਿਵਾਰ ਵਿੱਚ ਇਕੱਠੇ ਬੈਠੀਏ, ਜਿੰਨਾ ਹੋ ਸਕੇ ਨਸ਼ੇ ਤੋਂ ਦੂਰ। ਕਿਉਂਕਿ ਨਸ਼ਾ ਇੱਕ ਐਸਾ ਵਸਤੂ, ਐਸਾ ਪਦਾਰਥ ਹੈ ਜਿਹਨੂੰ ਵਿਦਵਾਨਾਂ ਨੇ ਇਹ ਕਿਹਾ ਸੀ ਵੀ ਪਹਿਲੋਂ ਤੇ ਬੰਦਾ ਖਾਂਦਾ ਨਸ਼ੇ ਨੂੰ, ਫਿਰ ਨਸ਼ਾ ਨਸ਼ੇ ਨੂੰ ਖਾਣ ਲੱਗ ਜਾਂਦਾ ਹੈ, ਤੇ ਫਿਰ ਨਸ਼ਾ ਬੰਦੇ ਨੂੰ ਖਾਣ ਲੱਗ ਜਾਂਦਾ। ਸ਼ੁਰੂਆਤ ਬੰਦਾ ਹੀ ਖਾਣ ਤੋਂ ਕਰਦਾ ਹੈ, ਪਹਿਲੋਂ ਬੰਦੇ ਨੇ ਖਾਣਾ ਸ਼ੁਰੂ ਕੀਤਾ। ਜਦੋਂ ਬੰਦਾ ਖਾਣ ਲੱਗਦਾ ਹੈ, ਉਹਨਾਂ ਚਿਰ ਆਸ ਹੁੰਦੀ ਵੀ ਅਜੇ ਛੁੱਟ ਸਕਦਾ, ਅਜੇ ਬਚ ਜਾਏਗਾ, ਅਜੇ ਹੱਡਾਂ 'ਚ ਰਚਿਆ ਨਹੀਂ। ਫਿਰ ਨਸ਼ਾ ਨਸ਼ੇ ਨੂੰ ਖਾਣ ਲੱਗ ਜਾਂਦਾ। ਜੋ ਖਾਦਾ ਹੁਣ ਉਹ ਆਪ ਮੰਗਦਾ ਵੀ ਭਾਈ ਹੁਣ ਦੇ ਮੈਨੂੰ। ਫਿਰ ਤੀਜੇ ਨੰਬਰ ਤੇ ਐਸੇ ਹਾਲਾਤ ਬਣ ਜਾਂਦੇ, ਹੁਣ ਨਸ਼ਾ ਬੰਦੇ ਨੂੰ ਖਾਣ ਲੱਗ ਜਾਂਦਾ ਹੈ। ਹੁਣ ਬੰਦਾ ਨਸ਼ਾ ਕਰ ਰਿਹਾ ਹੈ, ਬੰਦੇ ਨੂੰ ਲੱਗ ਰਿਹਾ ਮੈਂ ਖਾ ਰਿਹਾ, ਪਰ ਬੰਦਾ ਨਹੀਂ ਖਾ ਰਿਹਾ, ਨਸ਼ਾ ਬੰਦੇ ਨੂੰ ਖਾ ਰਿਹਾ। ਕਿਉਂ? ਹੁਣ ਜਿੰਨੇ ਸਰੀਰ ਵਿਚਲੇ ਚੰਗੇ ਕਹਿ ਲੋ ਵੀ ਸੈਲਜ਼ ਸਨ, ਉਹ ਸਾਰੇ ਖਤਮ ਹੋ ਗਏ। ਬਾਡੀ ਦੀ એનર્ਜੀ ਖਤਮ ਹੋ ਗਈ, ਊਰਜਾ ਖਤਮ ਹੋ ਗਈ। ਜਦੋਂ ਸਾਰੀ એનર્ਜੀ ਊਰਜਾ ਹੀ ਖਤਮ ਹੋ ਗਈ, ਹੁਣ ਨਸ਼ਾ ਬੰਦੇ ਨੂੰ ਹੀ ਖਾ ਰਿਹਾ ਨਾ। ਹੁਣ ਅੰਦਰਲੀਆਂ ਜਿਹੜੀਆਂ ਪਾਰਟਸ ਆਫ ਬਾਡੀਜ਼ ਨੇ ਉਹ ਖਤਮ ਹੋਣੇ ਸ਼ੁਰੂ ਹੋ ਗਏ। ਕੋਈ ਕਿਸੇ ਚੀਜ਼ ਨੂੰ ਇਫੈਕਟ ਕਰ ਰਿਹਾ, ਕੋਈ ਨਸ਼ਾ ਕਿਸੇ ਚੀਜ਼ ਨੂੰ ਇਫੈਕਟ ਕਰ ਰਿਹਾ, ਬੰਦੇ ਨੂੰ ਹੀ ਖਾ ਰਹੇ ਨਾ। ਤੇ ਉਸ ਪਰਿਵਾਰ ਵਿੱਚ ਕਿਵੇਂ ਪ੍ਰਸੰਨਤਾ ਹੋਏਗੀ ਜਿਹੜਾ ਪਰਿਵਾਰ ਆਪਣੀਆਂ ਅੱਖਾਂ ਦੇ ਨਾਲ ਆਪਣਾ ਘਰ ਉੱਜੜਦਾ ਵੇਖ ਰਿਹਾ। ਤੇ ਭਗਤ ਜੀ ਕਹਿੰਦੇ ਭਾਈ ਤੀਰਥ ਵਰਤ ਕਰ ਰਹੇ ਆ ਤੂੰ, ਬੜੀ ਮੁਬਾਰਕ ਬਾਤ ਹੈ, ਨੇਮ ਕਰ ਰਿਹਾ, ਮੁਬਾਰਕ ਬਾਤ ਹੈ। ਪਰ ਇਹ ਸਾਰਾ ਕੁਝ ਕਰਦਿਆਂ ਹੋਇਆਂ ਖਿਆਲ ਰੱਖੀ ਭੰਗ ਮਾਸ਼ੂਲੀ ਸੁਰਾਪਾਨ ਇਹਨਾਂ ਤੋਂ ਬਚ ਕੇ ਰਵੀਂ। ਕਿਉਂਕਿ ਜੇ ਤੀਰਥ ਵਰਤ ਤਪ ਕਰਦਿਆਂ ਇਹਨਾਂ ਚੀਜ਼ਾਂ ਨੂੰ ਵੀ ਸੇਵਨ ਕਰਦਾ ਰਿਹਾ ਨਾ, ਤੇ ਫਿਰ ਤੇ ਸਭੇ ਰਸਾਤਲ ਜਾਹੇ, ਉਹ ਸਾਰੇ ਦੇ ਸਾਰੇ ਰਸਾਤਲ ਮਤਲਬ ਗਰਕ ਜਾਣਾ, ਫਾਲਤੂ ਫੋਕਟ ਚਲੇ ਜਾਣਗੇ ਜੇ ਕਿਤੇ ਇਹਨਾਂ ਤੋਂ ਤੂੰ ਆਪਣਾ ਆਪਾ ਨਾ ਬਚਾ ਸਕਿਆ। ਥੋੜਾ ਜਿਹਾ ਪਾਖੁੜ ਮੈਂ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਚੋਂ ਰੱਖਦਾ ਚੱਲਾਂ। ਉਹਨਾਂ ਦਾ ਅੱਜ ਗੁਰਤਾ ਗੱਦੀ ਪੁਰਬ ਵੀ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਨਾ ਇੱਕ ਸਿੱਖ ਦਾ ਜ਼ਿਕਰ ਆਉਂਦਾ ਜਿਹਦਾ ਨਾਂ ਇਤਿਹਾਸ ਨੇ ਭਾਈ ਜੀਵੰਦਾ ਕਰਕੇ ਲਿਖਿਆ। ਤੇ ਮਾਲਕ ਪਾਤਸ਼ਾਹ ਨਾ ਕਰਤਾਰਪੁਰ ਸਾਹਿਬ ਤੋਂ ਨਿਕਲ ਕੇ ਸ਼ਿਕਾਰ ਖੇਡਣ ਚੱਲੇ। ਤੇ ਜਾਂਦਿਆਂ ਜਾਂਦਿਆਂ ਨਾ ਸਤਿਗੁਰੂ ਭਾਈ ਜੀਵੰਦੇ ਨੂੰ ਕਹਿ ਕੇ ਦਰਵਾਜ਼ੇ ਤੇ ਖੜੋਤਾ ਰਹੋ। ਪ੍ਰਿੰਸੀਪਲ ਸਤਬੀਰ ਸਿੰਘ ਨੇ ਘਟਨਾ ਨੂੰ ਲਿਖਿਆ ਔਰ ਉਹ ਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਦਰਵਾਜ਼ੇ ਤੇ ਖੜੋ ਗਿਆ। ਸਤਿਗੁਰੂ ਸ਼ਿਕਾਰ ਖੇਡਣ ਚਲੇ ਗਏ, ਕਾਫੀ ਦੂਰ ਨਿਕਲ ਗਏ। ਸ਼ਿਕਾਰ ਖੇਡਦਿਆਂ ਖੇਡਦਿਆਂ ਵਾਪਸ ਪਰਤੇ ਤੇ ਮਾਲਕ ਦੂਜੇ ਦਰਵਾਜ਼ੇ ਤੋਂ ਅੰਦਰ ਮਹਿਲ ਦੇ ਪ੍ਰਵੇਸ਼ ਕਰ ਗਏ। ਭਾਈ ਜਵੰਦਾ ਉੱਥੇ ਖੜਾ ਰਿਹਾ।
ਉਡੀਕਦਾ ਰਿਹਾ ਵੀ ਸਤਿਗੁਰੂ ਨੇ ਅਜੇ ਕਿਹਾ ਨਹੀਂ ਦਰਵਾਜ਼ੇ ਤੋਂ ਪਾਸੇ ਹੋ ਜਾ, ਜਾਂ ਭਾਈ ਆਪਣੇ ਆਰਾਮ ਸਥਾਨ ਤੇ ਆਰਾਮ ਬਖਸ਼ ਚਲਾ ਜਾ। ਹਾਲਾਂਕਿ ਪਤਾ ਲੱਗ ਗਿਆ ਭਾਈ, ਆਪਾਂ ਇਹ ਨਹੀਂ ਕਹਿ ਸਕਦੇ ਵੀ ਭਾਈ ਜਵੰਦੇ ਨੂੰ ਪਤਾ ਨਹੀਂ ਲੱਗਾ ਵੀ ਗੁਰੂ ਸਾਹਿਬ ਆ ਗਏ ਨੇ। ਤੇ ਜੇ ਸਾਡੇ ਵਰਗਾ ਹੁੰਦਾ ਤੇ ਅਸੀਂ ਸ਼ਾਇਦ ਹਟ ਜਾਂਦੇ ਵੀ ਸਤਿਗੁਰੂ ਤੇ ਆ ਗਏ, ਹੁਣ ਮੈਂ ਦਰਵਾਜ਼ੇ ਤੇ ਖੜ ਕੇ ਕੀ ਕਰਨਾ, ਤੇ ਹਟ ਜਾਂਦੇ। ਪਰ ਭਾਈ ਜਵੰਦਾ ਖੜੋਤਾ ਰਿਹਾ। 1 ਦਿਨ 2 ਦਿਨ 3 ਦਿਨਾਂ ਦਾ ਸਮਾਂ ਲੰਘ ਗਿਆ, ਭਾਈ ਜਵੰਦਾ ਦਰਵਾਜ਼ੇ ਤੇ ਹੀ ਖੜਾ ਰਿਹਾ। ਵੀ ਗੁਰੂ ਸਾਹਿਬ ਦਾ ਹੁਕਮ ਆਵੇ ਵੀ ਦਰਵਾਜ਼ੇ ਤੋਂ ਪਾਸੇ ਹੋ ਜਾ, ਤੇ ਮੈਂ ਪਾਸੇ ਤਾਂ ਹੋਵਾਂ ਜੇ ਸਤਿਗੁਰੂ ਕਹਿਣ, ਕਿਉਂਕਿ ਖੜਾ ਕੇ ਵੀ ਗੁਰੂ ਸਾਹਿਬ ਹੀ ਗਏ, ਮੈਂ ਆਪਣੀ ਮਰਜ਼ੀ ਨਾਲ ਨਹੀਂ ਖੜਿਆ। ਜੇ ਗੁਰੂ ਸਾਹਿਬ ਖੜਾ ਕੇ ਗਏ ਤੇ ਪਿੱਛੇ ਵੀ ਉਦੋਂ ਹੀ ਹੋਵਾਂਗਾ ਜਦੋਂ ਗੁਰੂ ਸਾਹਿਬ ਕਹਿਣਗੇ ਵੀ ਭਾਈ ਹੁਣ ਦਰਵਾਜ਼ੇ ਤੋਂ ਹਟ ਜਾ ਤੂੰ। ਤੇ ਇਤਿਹਾਸਕਾਰ ਨੇ ਲਿਖਿਆ, ਕਹਿੰਦੇ 3 ਦਿਨ ਖੜੋਤਾ ਰਿਹਾ। 3 ਦਿਨਾਂ ਬਾਅਦ ਸਤਿਗੁਰੂ ਪਾਤਸ਼ਾਹ ਤੱਕ ਇਹ ਖਬਰ, ਹਾਲਾਂਕਿ ਮਾਲਕ ਨੂੰ ਵੀ ਪਤਾ ਹੈ ਵੀ ਉਹ ਖੜਾ ਹੈ ਦਰਵਾਜ਼ੇ ਤੇ, ਪਰ ਇੱਕ ਸਿਦਕ, ਇੱਕ ਸਬਰ ਤੇ ਗੁਰੂ ਦੇ ਹੁਕਮ ਮੰਨਣ ਦੀ ਜੋ ਭਾਵਨਾ ਹੈ, ਇਸ ਚੀਜ਼ ਨੂੰ ਸੰਗਤ ਵਿੱਚ ਵੀ ਦਰਸਾਉਣਾ ਵੀ ਭਾਈ ਸਿਦਕ ਜ਼ਿੰਦਗੀ 'ਚ ਇਦਾਂ ਦਾ ਹੋਣਾ ਚਾਹੀਦਾ, ਬੰਦੇ ਕੋਲ ਸਬਰ ਜ਼ਿੰਦਗੀ 'ਚ ਇਦਾਂ ਦਾ ਹੋਣਾ ਚਾਹੀਦਾ, ਹੁਕਮ ਮੰਨਣ ਦੀ ਚਾਹ ਇਦਾਂ ਦੀ ਹੋਣੀ ਚਾਹੀਦੀ, ਇੱਛਾ ਇਦਾਂ ਦੀ ਹੋਣੀ ਚਾਹੀਦੀ ਹੈ। 3 ਦਿਨਾਂ ਬਾਅਦ ਸਤਿਗੁਰੂ ਪਾਤਸ਼ਾਹ ਤੱਕ ਸਿੱਖ ਖਬਰ ਲੈ ਕੇ ਜਾਂਦਾ ਹੈ, ਮਾਲਕ ਜੀ ਭਾਈ ਜਵੰਦਾ ਦਰਵਾਜ਼ੇ ਤੇ ਹੀ ਖੜੋਤਾ ਹੈ। ਤੇ ਉਹਦਾ ਕਹਿਣਾ ਹੈ, ਜੇ ਉਹਨੂੰ ਕੋਈ ਕਹਿੰਦਾ ਨਾ ਪਾਸੇ ਹੋ ਜਾ, ਤੇ ਉਹਦਾ ਕਹਿਣਾ ਇਹ ਹੈ ਮੈਨੂੰ ਸਤਿਗੁਰੂ ਨੇ ਖੜਾਇਆ, ਤੇ ਜਿੰਨਾ ਚਿਰ ਮਾਲਕ ਹੁਣ ਕਹਿੰਦੇ ਨਹੀਂ ਨਾ ਦਰਵਾਜ਼ੇ ਤੋਂ ਪਾਸੇ ਹੋਣ ਨੂੰ, ਉਹਨਾਂ ਚਿਰ ਮੈਂ ਹਟਣਾ ਨਹੀਂ। ਤੇ ਸਤਿਗੁਰੂ ਪਾਤਸ਼ਾਹ ਨਾ ਫਿਰ ਸਿੱਖ ਨੂੰ ਕਹਿੰਦੇ ਜਾ ਕੇ ਵੀ ਜਾ। ਸਿੱਖ ਜਿਹੜਾ ਆਇਆ ਨਾ ਖਬਰ ਲੈ ਕੇ, ਉਹਨੂੰ ਕਿਹਾ, ਕਹਿੰਦੇ ਜਾ ਭਾਈ ਉਹਨੂੰ ਜਾ ਕੇ ਸਾਡੇ ਕੋਲ ਲੈ ਕੇ ਆ। ਤੇ ਕਹਿ ਵੀ ਗੁਰੂ ਪਾਤਸ਼ਾਹ ਦਾ ਹੁਕਮ ਹੈ, ਸਤਿਗੁਰੂ ਨੇ ਤੈਨੂੰ ਸੱਦਿਆ, ਬੁਲਾਇਆ ਮਾਲਕ ਜੀ ਨੇ। ਉਹ ਸਿੱਖ ਆ ਕੇ ਦੱਸਦਾ ਭਾਈ ਜਵੰਦੇ ਨੂੰ, ਸਿੱਖਾ ਤੈਨੂੰ ਗੁਰੂ ਪਾਤਸ਼ਾਹ ਸੱਦ ਰਹੇ। ਉਹ ਬੜਾ ਤੱਤ ਪਰ ਜਿਹਾ ਹੋ ਕੇ ਗੁਰੂ ਸਾਹਿਬ ਕੋਲ ਗਿਆ। ਤੇ ਮਾਲਕ ਜੀ ਨੂੰ ਵੀ ਸਤਿਗੁਰੂ ਨੇ ਪੁੱਛਿਆ, ਕਹਿੰਦੇ ਵੀ ਕੀ ਗੱਲ ਜਵੰਦੇ, ਤੂੰ ਦਰਵਾਜ਼ੇ ਤੇ ਖੜਾ ਹੈ? ਤੇ ਜਵਾਬ ਫਿਰ ਇਹ ਨਹੀਂ ਵੀ ਸਤਿਗੁਰੂ ਪਾਤਸ਼ਾਹ ਜੀ ਮੇਰੀ ਮਰਜ਼ੀ ਮੈਂ ਖੜਾ। ਸਤਿਗੁਰੂ ਤੁਸੀਂ ਖੜਾਇਆ ਸੀ, ਤੁਹਾਡੇ ਖੜਾਇਆ ਮੈਂ ਉੱਥੇ ਖੜੋ ਗਿਆ। ਤੁਸੀਂ ਇੰਨਾ ਕੁ ਮਾਣ ਦਿੱਤਾ, ਇੰਨੇ ਪਿਆਰ ਨਾਲ ਆਖਿਆ ਦਰਵਾਜ਼ੇ ਤੇ ਜਵੰਦੇ ਖੜੋ ਜਾ, ਤੇ ਮਾਲਕਾ ਮੈਂ ਖੜੋ ਗਿਆ। ਤੇ ਸਤਿਗੁਰੂ ਕਹਿੰਦੇ ਜਦੋਂ ਤੈਨੂੰ ਪਤਾ ਲੱਗ ਗਿਆ ਸੀ ਵੀ ਮੈਂ ਆ ਗਿਆ, ਤੇ ਤੁਸੀਂ ਹਟ ਜਾਂਦੇ। ਤੇ ਭਾਈ ਜਵੰਦੇ ਨੇ ਬੜਾ ਪਿਆਰਾ ਜਿਹਾ ਜਵਾਬ ਦਿੱਤਾ, ਕਹਿੰਦੇ ਮਾਲਕ ਜੀ ਪਤਾ ਤੇ ਲੱਗ ਗਿਆ ਸੀ ਵੀ ਤੁਸੀਂ ਆ ਗਏ ਹੋ, ਪਰ ਤੁਹਾਡੇ ਬਚਨ ਨਹੀਂ ਸੀ ਹੋਏ ਦਰਵਾਜ਼ੇ ਤੋਂ ਹਟਣ ਦੇ, ਤੇ ਮੈਂ ਉੱਥੇ ਖੜੋਤਾ। ਜੇ ਤੁਸੀਂ ਬਚਨ ਕਰ ਦਿੰਦੇ ਵੀ ਦਰਵਾਜ਼ੇ ਤੋਂ ਹਟ ਜਾ, ਤੇ ਮਾਲਕ ਜੀ ਮੈਂ ਹਟ ਜਾਂਦਾ, ਪਰ ਤੁਸੀਂ ਬਚਨ ਕੀਤਾ ਹੀ ਨਹੀਂ, ਮੈਂ ਦਰਵਾਜ਼ੇ ਤੇ ਖੜੋਤਾ। ਅੱਜ ਤੁਸੀਂ ਸੱਦਿਆ ਤੇ ਚੱਲ ਕੇ ਆਇਆ। ਤੇ ਮਾਲਕ ਪਾਤਸ਼ਾਹ ਨੇ ਉੱਥੇ ਬੜਾ ਪਿਆਰ, ਬੜਾ ਸਤਿਕਾਰ ਦਿੱਤਾ, ਬੜਾ ਸਨਮਾਨ ਕੀਤਾ ਮਾਲਕ ਪਾਤਸ਼ਾਹ ਨੇ ਭਾਈ ਜਵੰਦੇ ਦਾ। ਤੇ ਨਾਲੇ ਸੰਗਤ ਨੂੰ ਸਮਝਾਉਂਦਿਆਂ ਆਖਿਆ ਵੀ ਜੀਵਨ ਅੰਦਰ ਸਿਦਕ ਔਰ ਸਬਰ ਹੋਣਾ ਵੀ ਲਾਜ਼ਮੀ ਹੈ। ਕਈ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਹੈ। ਇੱਕ ਇਸੇ ਤਰ੍ਹਾਂ ਦੀ ਘਟਨਾ ਮਿਲਦੀ ਭਾਈ ਚੂਹੜ ਜੀ ਕਰਤਾਰਪੁਰ ਸਾਹਿਬ ਨਾਲ ਲੰਗਰ ਦੀ ਦੀਵਾਰ ਬਣਾਉਣੀ ਸੀ, ਲੰਗਰ ਹਾਲ ਦੀ। ਤੇ ਮਾਲਕ ਪਾਤਸ਼ਾਹ ਨੇ ਭਾਈ ਚੂੜ ਜੀ ਨੂੰ ਆਖਿਆ, ਇਹ ਭਾਈ ਚੂੜ ਜੀ ਕੋਈ ਆਮ ਸ਼ਖਸੀਅਤ ਨਹੀਂ ਸੀ, ਇਹ ਜਥੇਦਾਰ ਨੇ ਉਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤਕਰੀਬਨ 100 ਘੋੜ ਸਵਾਰ ਇਹਨਾਂ ਦੇ ਅਧੀਨ ਨੇ। ਇਹ 100 ਘੋੜ ਸਵਾਰਾਂ ਦੇ ਜਥੇਦਾਰ ਨੇ। ਤੇ ਮਾਲਕ ਜੀ ਨੇ ਕਿਹਾ, ਕਹਿੰਦੇ ਸਿੱਖਾਂ ਨੂੰ ਲਵੋ ਤੇ ਨਾਲ ਸਿੱਖਾਂ ਨੂੰ ਕਹਿ ਦਿਓ ਭਾਈ ਪੱਥਰ ਢੋਣ ਦੀ ਸੇਵਾ ਕਰੋ, ਵੀ ਦੀਵਾਰ ਉਸਾਰਨੀ, ਕੰਧ ਉਸਾਰਨੀ ਹੈ, ਆਪਾਂ ਲੰਗਰ ਹਾਲ ਦੀ ਕੰਧ ਬਣਾਉਣੀ ਹੈ, ਤੇ ਤੁਸੀਂ ਸਿੱਖਾਂ ਕੋਲੋਂ ਸੇਵਾ ਕਰਵਾ ਲਓ।
ਤੇ ਇਤਿਹਾਸਕਾਰ ਲਿਖਦਾ, ਕਹਿੰਦੇ ਭਾਈ ਚੂੜ ਜੀ ਨੇ ਕਿਸੇ ਹੋਰ ਨੂੰ ਨਹੀਂ ਕਿਹਾ, ਆਪ ਹੀ ਸ਼ੁਰੂ ਹੋ ਗਏ, ਪੱਥਰ ਢੋਣੇ ਸ਼ੁਰੂ ਕਰ ਲਏ। ਕਿਸੇ ਦੂਜੇ ਸਿੱਖ ਨੂੰ ਆਖਿਆ ਹੀ ਨਹੀਂ ਵੀ ਸਤਿਗੁਰੂ ਨੇ ਕਿਹਾ ਵੀ ਪੱਥਰ ਢੋਵੋ, ਤੇ ਸਤਿਗੁਰੂ ਨੇ ਕਿਹਾ ਆਪਾਂ ਦੀਵਾਰ ਉਸਾਰਨੀ, ਆਪ ਹੀ ਤੁਰ ਪਏ ਪੱਥਰ ਚੁੱਕਣੇ, ਚੁੱਕ ਕੇ ਲੈ ਆਉਣਾ, ਫੇਰ ਜਾਣਾ, ਫੇਰ ਚੁੱਕ ਕੇ ਪੱਥਰ ਢੋਣੇ ਸ਼ੁਰੂ ਕਰ ਲਏ ਵੀ ਦੀਵਾਰ ਉਸਾਰੀ ਲਈ ਸਤਿਗੁਰੂ ਨੇ ਆਖਿਆ। ਇੰਨੀ ਕੁ ਲਗਨ ਤੇ ਇੰਨੇ ਕੁ ਪਿਆਰ ਨਾਲ ਸੇਵਾ ਕੀਤੀ। ਤੇ ਇਤਿਹਾਸਕਾਰ ਲਿਖਦਾ ਵੀ ਪੱਥਰ ਢੋਂਦਿਆਂ, ਪੱਥਰ ਚੁੱਕਦਿਆਂ, ਲੈ ਕੇ ਆਉਂਦਿਆਂ ਪੈਰਾਂ ਤੇ ਹੱਥਾਂ ਦੇ ਵਿੱਚੋਂ ਵੀ ਲਹੂ ਸਿਮਣਾ ਸ਼ੁਰੂ ਹੋ ਗਿਆ। ਤੇ ਗੁਰੂ ਕਾ ਸਿੱਖ ਫਿਰ ਵੀ ਹਟਿਆ ਨਹੀਂ, ਢੋਂਦਾ ਰਿਹਾ। ਮਾਲਕ ਪਾਤਸ਼ਾਹ ਤੱਕ ਖਬਰ ਪਹੁੰਚੀ ਵੀ ਸਤਿਗੁਰੂ ਭਾਈ ਚੂਹੜ ਜੀ ਲੱਗੇ ਹੋਏ ਨੇ, ਉਹ ਪੱਥਰ ਢੋ ਰਹੇ ਨੇ। ਉਹਨਾਂ ਨੇ ਦੱਸਿਆ ਨਹੀਂ ਕਿਸੇ ਨੂੰ ਕੀ ਕਾਰਨ ਹੈ ਕੀ ਨਹੀਂ, ਉਹ ਇਕੱਲੇ ਹੀ ਲੱਗੇ। ਤੇ ਅਸੀਂ ਵੇਖਿਆ ਵੀ ਉਹਨਾਂ ਦੇ ਹੱਥਾਂ 'ਚੋਂ, ਉਹਨਾਂ ਦੇ ਪੈਰਾਂ 'ਚੋਂ ਲਹੂ ਸਿਮਰਿਆ। ਤੇ ਮਾਲਕ ਪਾਤਸ਼ਾਹ ਨੇ ਬੜੀ ਛੇਤੀ ਦੇਣੇ ਭਾਈ ਚੂਹੜ ਜੀ ਨੂੰ ਆਪਣੇ ਪਾਸ ਸੱਦਿਆ। ਤੇ ਸਤਿਗੁਰੂ ਨੇ ਪੁੱਛਿਆ, ਕਹਿੰਦੇ ਵੀ ਆ ਹੱਥਾਂ ਤੇ ਪੈਰਾਂ 'ਚੋਂ ਲਹੂ ਸਿਮਰਿਆ, ਕੀ ਗੱਲ ਹੈ? ਤੇ ਭਾਈ ਚੂਹੜ ਜੀ ਨੇ ਆਖਿਆ ਵੀ ਮਾਲਕ ਜੀ ਤੁਹਾਡਾ ਹੁਕਮ ਸੀ ਵੀ ਲੰਗਰ ਦੀ ਕੰਧ ਉਸਾਰਨੀ ਤੇ ਪੱਥਰ ਢੋਣੇ ਨੇ। ਤੇ ਸਤਿਗੁਰੂ ਨੇ ਅੱਗੋਂ ਉਸੇ ਤਰ੍ਹਾਂ ਫੇਰ ਆਖਿਆ, ਕਹਿੰਦੇ ਵੀ ਅਸੀਂ ਤੇ ਇਹ ਕਿਹਾ ਸੀ ਸਿੱਖਾਂ ਨੂੰ ਲੈ ਕੇ ਨਾਲ ਸੇਵਾ ਸਿੱਖਾਂ ਤੋਂ ਕਰਵਾ ਲਓ, ਉਹਨਾਂ ਨੂੰ ਕਹੋ ਪੱਥਰ ਢੋ ਲਓ, ਤੇ ਪੱਥਰ ਢੋ ਕੇ ਲੈ ਆਓ ਤੇ ਆਪਾਂ ਇੱਥੇ ਕੰਧ ਜਿਹੜੀ ਉਹਨੂੰ ਉਸਾਰ ਲਈਏ। ਤੇ ਭਾਈ ਚੂਹੜ ਜੀ ਨੇ ਇਹ ਨਹੀਂ ਕਿਹਾ ਵੀ ਮਾਲਕ ਜੀ ਮੈਂ ਜਥੇਦਾਰ ਹਾਂ ਜਾਂ ਮੈਂ ਸਾਰਿਆਂ ਤੋਂ ਵੱਡਾ। ਉਹਨਾਂ ਨੇ ਇਹ ਨਹੀਂ ਕਿਹਾ, ਬੜੇ ਪਿਆਰ ਨਾਲ ਆਖਿਆ, ਕਹਿੰਦੇ ਸਤਿਗੁਰੂ ਤੁਸੀਂ ਕਿਹਾ ਸੀ ਸਿੱਖਾਂ ਨੂੰ ਲੈ ਲਓ ਤੇ ਪੱਥਰ ਢੋਣ ਵਾਸਤੇ ਉਹਨਾਂ ਨੂੰ ਲਾ ਲਓ, ਸੇਵਾ ਕਰਵਾ ਲਓ। ਮਾਲਕਾ ਮੈਂ ਤੇ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ, ਯਤਨ ਕਰ ਰਿਹਾ ਵੀ ਮੈਂ ਸਿੱਖ ਬਣ ਸਕਾਂ ਤੇ ਸਿੱਖ ਬਣ ਕੇ ਤੁਹਾਡੀਆਂ ਨਜ਼ਰਾਂ 'ਚ ਮੈਂ ਪ੍ਰਵਾਨ ਹੋ ਜਾ, ਮੈਂ ਤਾਂ ਆ ਸੇਵਾ 'ਚ ਇਕੱਲਾ ਹੀ ਲੱਗਾ ਹੋਇਆ। ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਲੱਗ ਜਾਣਾ ਜੀ, ਮੈਂ ਉਹ ਦੂਜਿਆਂ ਨੂੰ ਲਾ ਲੈਣਾ, ਕੋਈ ਗੱਲ ਨਹੀਂ। ਉਹਨਾਂ ਨੇ ਜਵਾਬ ਬੜਾ ਪਿਆਰਾ ਦਿੱਤਾ, ਸਤਿਗੁਰੂ ਮੈਂ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਵੀ ਜੇ ਮੈਂ ਸਿੱਖ ਬਣ ਜਾ ਤੇ ਤੁਹਾਡੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾ। ਇੱਕ ਸਰਬ ਸਾਂਝੀਵਾਲਤਾ ਦੀ ਫਿਰ ਘਟਨਾ ਸਤਿਗੁਰੂ ਦੇ ਜੀਵਨ 'ਚੋਂ ਮਿਲਦੀ। ਗੁਰੂ ਘਰ ਦਾ ਇੱਕ ਨੇਮ ਰਿਹਾ, ਇੱਥੇ ਜਿਹੜਾ ਮਰਜ਼ੀ ਚੱਲ ਕੇ ਆਏ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਗਿਆ, ਚਾਹੇ ਕਿਸੇ ਧਰਮ ਦਾ ਹੋਵੇ, ਚਾਹੇ ਉਹ ਸਨਾਤਨ ਧਰਮ ਦਾ ਹੋਵੇ ਜਾਂ ਕਿਸੇ ਇਸਲਾਮ ਧਰਮ ਦਾ ਜਾਂ ਈਸਾਈ ਧਰਮ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਜਿਹੜਾ ਮਰਜ਼ੀ ਚੱਲ ਕੇ ਆਏ ਸਾਰਿਆਂ ਨੂੰ ਜੀਓ ਆਇਆ ਹੀ ਹੈ। ਇੱਥੇ ਕਿਸੇ ਨੂੰ ਰੋਕਿਆ ਨਹੀਂ ਗਿਆ ਜਾਂ ਕਿਸੇ ਨੂੰ ਧੱਕੇ ਨਹੀਂ ਮਾਰੇ ਗਏ, ਸਾਰਿਆਂ ਦਾ ਵੈਲਕਮ ਕੀਤਾ ਗਿਆ। ਏਦਾਂ ਹੀ ਨਾ ਇੱਕ ਮੁਸਲਮਾਨ ਵੀਰ ਇਤਿਹਾਸ ਨੇ ਉਹਦਾ ਨਾਂ ਲਿਖਿਆ ਬਾਬਾ ਜਮਾਲ ਜੀ। ਉਹ ਨਾ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਚੱਲ ਕੇ ਆਏ। ਜਦੋਂ ਚੱਲ ਕੇ ਆਏ ਤੇ ਉਹ ਲੰਗਰ ਹਾਲ ਵਾਲੇ ਪਾਸੇ ਚਲੇ ਗਏ। ਸਤਿਗੁਰੂ ਪਾਤਸ਼ਾਹ ਵੀ ਉੱਥੇ ਹੀ ਸਨ। ਤੇ ਜਦੋਂ ਪ੍ਰਸ਼ਾਦਾ ਛਕਣ ਲਈ ਸਾਰਿਆਂ ਨੂੰ ਇਕੱਠੇ ਬੈਠਿਆਂ ਵੇਖਿਆ ਨਾ, ਭਾਈ ਜਮਾਲ ਜੀ ਰੁਕ ਗਏ, ਇੱਕ ਪਾਸੇ ਹੋ ਕੇ ਖੜੋਗੇ, ਗਏ ਨਹੀਂ ਵੀ ਮੈਂ ਮੁਸਲਮਾਨ ਆ। ਲੰਗਰ ਹਾਲ 'ਚ ਗਏ ਨਹੀਂ, ਇੱਕ ਪਾਸੇ ਖੜੋਗੇ। ਜਦੋਂ ਸਤਿਗੁਰੂ ਨੇ ਇੱਕ ਪਾਸੇ ਖੜੋਤਿਆਂ ਵੇਖਿਆ ਨਾ, ਮਾਲਕ ਨੇ ਬਾਬਾ ਜਮਾਲ ਜੀ ਨੂੰ ਆਪਣੇ ਕੋਲ ਸੱਦ ਲਿਆ, ਕਹਿੰਦੇ ਉਰੇ ਆਓ, ਸਾਡੇ ਪਾਸ ਬੈਠੋ। ਉਹ ਬਾਬਾ ਜਮਾਲ ਜੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਬਹਿ ਗਏ ਕੋਲੇ। ਤੇ ਸਤਿਗੁਰੂ ਨੇ ਪੁੱਛਿਆ ਵੀ ਕੀ ਗੱਲ, ਇੱਕ ਪਾਸੇ ਖੜੋਤੇ ਹੋ? ਤੇ ਉਹਨਾਂ ਨੇ ਨਾ ਅੱਗੋਂ ਜਵਾਬ ਇਹ ਦਿੱਤਾ ਵੀ ਮਾਲਕ ਜੀ ਮੈਂ ਮੁਸਲਮਾਨ ਧਰਮ ਨਾਲ ਸੰਬੰਧ ਰੱਖਦਾ। ਜਾਣਦੇ ਸਤਿਗੁਰੂ ਪਾਤਸ਼ਾਹ ਵੀ ਸੀ, ਕਿਉਂਕਿ ਅੰਤਰਜਾਮੀ ਨੇ ਕਿਉਂ ਖੜੋਤਾ, ਪਰ ਜਵਾਬ ਵੀ ਤੇ ਹੁਣ ਅੱਗੋਂ ਦੇਣਾ ਨਾ। ਜੇ ਵਿਚਾਰ ਹੀ ਨਾ ਕੀਤੀ ਤੇ ਜਵਾਬ ਕੀ ਮਿਲੇਗਾ, ਉਹਨੂੰ ਕਿੱਦਾਂ ਸਮਝਾਉਣਗੇ? ਤੇ ਸਤਿਗੁਰੂ ਨੇ ਨਾ ਉਹਨੂੰ ਜਵਾਬ ਦਿੰਦੇ ਆ ਕਿਹਾ, ਕਹਿੰਦੇ
ਸਿੱਖ ਧਰਮ ਦੇ ਵਿੱਚ ਤੇ ਗੁਰੂ ਨਾਨਕ ਦੇ ਘਰ 'ਚ ਇਦਾਂ ਦੇ ਭਰਮ ਨਹੀਂ ਕੀਤੇ ਜਾਂਦੇ। ਗੁਰੂ ਘਰ ਤੇ ਗੁਰੂ ਕਾ ਲੰਗਰ ਸਾਰਿਆਂ ਲਈ ਖੁੱਲ੍ਹਾ ਹੈ। ਜਿਹੜਾ ਮਰਜੀ ਜਦੋਂ ਮਰਜੀ ਜਿਸ ਮਰਜੀ ਧਰਮ ਦਾ ਆ ਕੇ ਇੱਥੇ ਬੈਠ ਜਾਏ, ਉਹਨੂੰ ਲੰਗਰ ਵੀ ਦਿੱਤਾ ਜਾਏਗਾ, ਉਹਨੂੰ ਬਣਦਾ ਸਤਿਕਾਰ ਤੇ ਸਨਮਾਨ ਵੀ ਦਿੱਤਾ ਜਾਏਗਾ। ਇੱਥੇ ਕਿਸੇ ਨਾਲ ਭਰਮ ਤੇ ਵਿਤਕਰਾ ਨਹੀਂ ਕੀਤਾ ਜਾਂਦਾ, ਕਿਉਂਕਿ ਗੁਰੂ ਨਾਨਕ ਦੇ ਘਰ ਨੇ ਆ ਦੁਨਿਆਵੀ ਤੌਰ ਉੱਤੇ ਪਾਏ ਹੋਏ ਜਿਹੜੇ ਭਰਮ ਨੇ ਜਾਂ ਦੁਨਿਆਵੀ ਤੌਰ ਉੱਤੇ ਪਾਏ ਹੋਏ ਜਿਹੜੇ ਵਿਤਕਰੇ ਨੇ, ਇਹਨਾਂ ਵਿਤਕਰਿਆਂ ਤੋਂ ਸਮਾਜ ਨੂੰ ਉੱਪਰ ਚੁੱਕਿਆ, ਨਾ ਕਿ ਸਮਾਜ ਨੂੰ ਇਹਨਾਂ ਵਿਤਕਰਿਆਂ ਵਿੱਚ ਰਹਿਣ ਲਈ ਆਖਿਆ। ਇਹ ਗੱਲ ਸੁਣੀ ਬਾਬਾ ਜਮਾਲ ਜੀ ਨੇ, ਤੇ ਸੁਣਦਿਆਂ ਹੋਇਆਂ ਨਾ ਇੱਕ ਸਵਾਲ ਉਹਨਾਂ ਹੋਰ ਕੀਤਾ, ਕਿਉਂਕਿ ਮਨ ਨੂੰ ਇੱਕ ਤੇ ਸੰਤੁਸ਼ਟੀ ਜੀ ਮਿਲ ਗਈ ਨਾ ਵੀ ਮੇਰਾ ਹੀ ਭਰਮ ਸੀ ਵੀ ਸ਼ਾਇਦ ਮੇਰਾ ਇੱਥੇ ਵਿਰੋਧ ਕੀਤਾ ਜਾਏ, ਮੇਰਾ ਹੀ ਭਰਮ ਸੀ ਸ਼ਾਇਦ ਇੱਥੇ ਮੈਨੂੰ ਨਾ ਬੈਠਣ ਦਿੱਤਾ ਜਾਏ। ਉਹ ਭਰਮ ਨਿਕਲ ਗਿਆ। ਜਦੋਂ ਉਹ ਭਰਮ ਨਿਕਲਿਆ ਨਾ, ਸਤਿਗੁਰੂ ਨੂੰ ਦੂਜਾ ਸਵਾਲ ਕਰ ਲਿਆ। ਕਹਿੰਦਾ ਜੀ ਰੂਹ ਦੀ ਪ੍ਰਾਪਤੀ ਕਰਨੀ ਹੋਵੇ ਤੇ ਕੀ ਕੀਤਾ ਜਾਏ? ਰੂਹ ਦੀ ਪ੍ਰਾਪਤੀ ਕਿਵੇਂ ਹੋਵੇ? ਤੇ ਸਤਿਗੁਰੂ ਨੇ ਜਵਾਬ ਦਿੰਦਿਆਂ ਕਿਹਾ ਸੀ, ਕਹਿੰਦੇ ਰਜ਼ਾ ਵਿੱਚ ਟਿਕਣਾ ਤੇ ਅੱਲਾ ਨੂੰ ਚੇਤੇ ਕਰਨਾ, ਆਹ ਤਰੀਕਾ ਰੂਹ ਦੀ ਪ੍ਰਾਪਤੀ ਕਰਨ ਦਾ। ਉਹਦੀ ਰਜ਼ਾ ਵਿੱਚ ਰਾਜ਼ੀ ਹੋ ਜਾਣਾ, ਵੀ ਜੋ ਅੱਲਾ ਕਰਦਾ ਹੈ, ਜੋ ਖੁਦਾ ਕਰਦਾ, ਉਹਦੀ ਰਜ਼ਾ 'ਚ ਰਾਜ਼ੀ ਹੋ ਜਾਣਾ। ਜਿੱਥੇ ਉਹ ਰਜ਼ਾ 'ਚ ਰਾਜ਼ੀ ਹੋਣਾ, ਉੱਥੇ ਨਾਲ ਉਹਦੀ ਯਾਦ ਵਿੱਚ ਜੁੜਨਾ, ਨਾਮ ਦਾ ਅਭਿਆਸ ਕਰਨਾ, ਅੱਲਾ ਨੂੰ ਚੇਤੇ ਕਰਨਾ, ਆਹ ਤਰੀਕਾ ਰੂਹ ਦੀ ਪ੍ਰਾਪਤੀ ਦਾ। ਤੇ ਉਹ ਬਾਬਾ ਜਮਾਲ ਜਿਹੜਾ ਇਹ ਸੋਚ ਕੇ ਰੁਕ ਗਿਆ ਸੀ ਵੀ ਮੈਂ ਮੁਸਲਮਾਨ ਹਾਂ ਤੇ ਸ਼ਾਇਦ ਮੇਰਾ ਇੱਥੇ ਵਿਰੋਧ ਕੀਤਾ ਜਾਏ, ਉਹੀ ਬਾਬਾ ਜਮਾਲ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਮਾਲਕ ਪਾਤਸ਼ਾਹ ਤੋਂ ਆਪਣੀ ਝੋਲੀ ਖੁਸ਼ੀਆਂ ਨਾਲ ਭਰਦਾ। ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿਚਲੀਆਂ ਘਟਨਾਵਾਂ, ਸਤਿਗੁਰੂ ਨੇ ਸਮੇਂ-ਸਮੇਂ ਉੱਤੇ ਸਿੱਖਾਂ ਤੇ ਰਹਿਮਤਾਂ ਵਰਤਾਈਆਂ। ਆਪ ਮਾਲਕ ਪਾਤਸ਼ਾਹ ਚੱਲ ਕੇ ਸਿੱਖਾਂ ਦੇ ਘਰਾਂ 'ਚ ਜਾਂਦੇ ਰਹੇ, ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਰਹੇ। ਕਦੇ ਮਾਲਕ ਪਾਤਸ਼ਾਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਦ੍ਰਿਸ਼ਟਾਂਤ ਦਿੰਦੇ, ਭਾਈ ਕੱਟੂ ਸ਼ਾਹ ਵਰਗਿਆਂ ਨੂੰ ਮਾਣ ਦਿੰਦੇ। ਇਹ ਸਾਰੀਆਂ ਰਹਿਮਤਾਂ ਗੁਰੂ ਨਾਨਕ ਦੇ ਕਰਦੀਆਂ, ਤੇ ਬੜੇ ਵਿਸ਼ਵਾਸ ਨਾਲ ਤੇ ਮਾਣ ਨਾਲ ਕਹਿ ਸਕਦੇ ਆ ਕਿ ਗੁਰੂ ਨਾਨਕ ਦਾ ਘਰ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇੱਥੇ ਕਿਸੇ ਨਾਲ ਵਿਤਕਰਾ, ਕਿਸੇ ਨਾਲ ਊਚ ਨੀਚ ਦੀ ਭਾਵਨਾ ਜਾਂ ਮੰਦੇ ਚੰਗੇ ਦੀ ਵਿਚਾਰ ਨਹੀਂ ਰੱਖੀ ਜਾਂਦੀ। ਇੱਥੇ ਸਭਨਾਂ ਨੂੰ ਸਭਨਾਂ ਦੇ ਬਰਾਬਰ ਸਮਝਿਆ ਜਾਂਦਾ, ਇੱਕੋ ਨਜ਼ਰ ਦੇ ਨਾਲ, ਇੱਕੋ ਨਜ਼ਰੀਏ ਨਾਲ ਵੇਖਿਆ ਜਾਂਦਾ, ਤੇ ਹਰ ਬੰਦੇ ਦਾ ਜੋ ਬਣਦਾ ਸਤਿਕਾਰ ਹੈ ਉਹਦਾ ਕੀਤਾ ਜਾਂਦਾ, ਅਦਬ ਤੇ ਮਾਣ ਉਹਨੂੰ ਦਿੱਤਾ ਜਾਂਦਾ ਹੈ। ਇਹ ਗੁਰੂ ਨਾਨਕ ਦੇ ਘਰ ਦੀ ਰੀਤ ਹੈ, ਤੇ ਇਸੇ ਰੀਤ ਨੂੰ, ਇਸੇ ਪਰੰਪਰਾ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸੰਭਾਲ ਲਿਆ। ਗੁਰਤਾ ਗੱਦੀ ਤੇ ਬਹਿ ਕੇ ਲੋਕਾਈ ਦੇ ਭਲੇ ਵਾਸਤੇ ਕਈ ਕਾਰਜ ਕੀਤੇ, ਤੇ ਉਹਨਾਂ ਕਾਰਜਾਂ ਵਿੱਚੋਂ ਇੱਕ ਕਾਰਜ ਜਿਹੜਾ ਉਹ ਅਕਾਲ ਤਖਤ ਸਾਹਿਬ ਦੀ ਉਸਾਰੀ ਵੀ ਹੈ। ਉਸਾਰੀ ਕਰਾ ਕੇ ਤੇ ਮਾਲਕ ਪਾਤਸ਼ਾਹ ਨੇ ਸੰਸਾਰ ਦੇ ਲੋਕਾਂ ਦੇ ਜਿਹੜੇ ਝਗੜੇ ਔਰ ਝਮੇਲੇ ਨੇ, ਉਹਨਾਂ ਨੂੰ ਨਿਵਰਤ ਕਰਨ ਲਈ ਵੀ ਸਤਿਗੁਰੂ ਪਾਤਸ਼ਾਹ, ਕਿਉਂਕਿ ਇੱਕ ਅਦਾਲਤ ਹੈ ਉਸ ਵਕਤ ਦੀ, ਜਿੱਥੇ ਆ ਕੇ ਹਰ ਬੰਦੇ ਦੀ ਪੁਕਾਰ ਸੁਣੀ ਜਾਂਦੀ ਸੀ, ਤੇ ਉਹਨਾਂ ਦੀ ਪੁਕਾਰ ਸੁਣ ਕੇ ਉੱਥੇ ਇਨਸਾਫ ਕੀਤਾ ਜਾਂਦਾ। ਖੈਰ, ਸਤਿਗੁਰੂ ਪਾਤਸ਼ਾਹ ਕਿਤੇ ਕਿਰਪਾ ਕਰਨ, ਮਾਲਕ ਜੀ ਦੇ ਦਰਸਾਏ ਹੋਏ ਮਾਰਗ ਤੇ ਸਾਨੂੰ ਚੱਲਣ ਦੀ ਜਾਚ ਆ ਜਾਏ, ਤੇ ਸਤਿਗੁਰੂ ਦੇ ਦਰਸਾਏ ਮਾਰਗਾਂ ਤੇ ਚੱਲਦਿਆਂ ਗੁਰਬਾਣੀ ਮੁਤਾਬਕ ਆਪਣਾ ਜੀਵਨ ਗੁਜ਼ਾਰਦਿਆਂ ਹੋਇਆਂ ਅਸੀਂ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਕਬੀਰ ਭਾਂਗ ਮਛਲੀ ਸੁਰਾ ਪਾਨ, ਜੋ ਜੋ ਪ੍ਰਾਨੀ ਖਾਹੇ। ਤੀਰਥ ਬਰਤ ਨੇਮ ਕੀਏ,
ਤੇ ਸਬੈ ਰਸਾਤਲ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।